ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿੱਲੀ ਤੇ ਸਿੱਖ ਪ੍ਰਥਮ ਜੋ ਗਮਨਿਓ ਆਇਸ ਲਈ। ਦਿੱਲੀ ਤੋਂ ਜੋ ਪਹਿਲਾਂ ਸਿੱਖ ਮਹਾਰਾਜ ਦੀ ਆਗਿਆ ਲੈ ਕੇ 5 ਪੈਸੇ ਨਾਰੀਅਲ ਲੈ ਕੇ ਚੱਲਿਆ ਸੀ। ਤੇਗ ਬਹਾਦਰ ਸਤਿਗੁਰੂ ਪਠਿਓ ਭੇਟ ਕੋ ਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦੀ ਮਰਿਆਦਾ ਨਿਭਾਉਣ ਵਾਸਤੇ ਜੋ ਭੇਟਾ ਦੇ ਕੇ ਭੇਜਿਆ ਸੀ। ਸਵਈਆ ਛੰਦ ਪੈਸੇ ਪਹੁੰਚਿਓ ਸ਼੍ਰੀ ਫਲ ਸੁੰਦਰ ਗੁਰਤਾ ਅਰਪਣ ਕੀ ਵਿਦ ਜੋਏ। ਸੋ ਸਾਧ ਸੰਗਤ ਜੀ, ਗੁਰਿਆਈ ਅਰਪਣ ਕਰਨ ਦੀ ਜੋ ਮਰਿਆਦਾ ਹੈ 5 ਪੈਸੇ ਤੇ ਨਾਰੀਅਲ ਦੇ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕਿਆ ਸੀ। ਉਹ ਜੋ ਮਰਿਆਦਾ ਚੱਲੀ ਆਉਂਦੀ ਹੈ ਉਹਦੇ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 5 ਪੈਸੇ ਤੇ ਨਾਰੀਅਲ ਦੇ ਕੇ ਸਿੱਖ ਨੂੰ ਦਿੱਲੀ ਤੋਂ ਤੋਰਿਆ। ਲੇਕਰ ਪੰਥ ਵਿਖੇ ਪ੍ਰਸਥਾਨੋ ਥਿਰਿਓ ਨ ਕਿਸ ਥਲ ਸ਼ਕਤ ਨਾ ਸੋਏ। ਕਹਿੰਦੇ ਸ਼ਕਤ ਨਾ ਸੋਏ। ਲੇਕਰ ਪੰਥ ਵਿਖੇ ਪ੍ਰਸਥਾਨਿਓ। ਉਹ ਸਿੱਖ ਲੈ ਕੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਰਾਹ ਪੈ ਗਿਆ। ਥਿਰਿਓ ਨ ਕਿਸ ਥਲ ਸ਼ਕਤ ਨਾ ਸੋਏ। ਕਿਸੇ ਥਾਂ ਤੇ ਰੁਕਿਆ ਨਹੀਂ, ਥੱਕਦਾ ਨਹੀਂ ਹੈ। ਗੁਰ ਆਗਿਆ ਸਿੰਦਨ ਅਸਵਾਰੀ। ਕਹਿੰਦੇ ਗੁਰੂ ਸਾਹਿਬ ਜੀ ਦੀ ਆਗਿਆ ਦੇ ਨਾਲ ਰੱਥ ਦੀ ਸਵਾਰੀ ਕੀਤੀ ਹੈ ਤਾਂ ਕਿ ਛੇਤੀ ਨਾਲ ਪਹੁੰਚ ਜਾਵੇ। ਚਿਤ ਉਤਸਾਹੋ ਸੂਤ ਤਬ ਹੋਏ। ਮਨ ਦੇ ਵਿੱਚ ਬੜਾ ਉਤਸ਼ਾਹ ਹੈ ਵੀ ਛੇਤੀ ਨਾਲ ਪਹੁੰਚ ਜਾਵਾਂ ਗੁਰੂ ਸਾਹਿਬ ਦੇ ਕੋਲ। ਪਹੁੰਚਿਓ ਆਣ ਅਨੰਦਪੁਰ ਸੋ ਸਿੱਖ। ਦਿੱਲੀ ਤੋਂ ਚੱਲਿਆ ਹੋਇਆ ਉਹ ਸਿੱਖ ਬੜੀ ਛੇਤੀ ਨਾਲ ਸ੍ਰੀ ਅਨੰਦਪੁਰ ਸਾਹਿਬ ਆ ਪਹੁੰਚਿਆ। ਕੁਸਲ ਕਹਿਤ ਬੂਝਹਿ ਨਰ ਕੋਏ। ਸਾਰਿਆਂ ਦਾ ਹਾਲ ਚਾਲ ਪੁੱਛਿਆ, ਦੱਸਿਆ ਹੈ। ਸਵਾ ਪਹਿਰ ਦਿਨ ਆਇਓ ਤਿਸ ਛਿਨ। ਜਦੋਂ ਸਵਾ ਪਹਿਰ ਦਿਨ ਚੜਿਆ ਬੈਠੇ ਸ਼੍ਰੀ ਗੋਬਿੰਦ ਸਿੰਘ ਰਾਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਦੀਵਾਨ ਲਾ ਕੇ ਬੈਠੇ ਹਨ। ਜਗਤ ਸਮਸਤ ਜੋ ਵਰਤੈ ਹੈ ਨਿਤ ਪ੍ਰਤ। ਜੋ ਸੰਸਾਰ ਵਿੱਚ ਹਰ ਰੋਜ਼ ਵਰਤ ਰਿਹਾ ਹੈ ਵਰਤਾਰਾ, ਸੋ ਸਭ ਚਿਤ ਮਹਿ ਬਿਦ ਤਹਿ ਆਏ। ਉਹ ਸਭ ਕਲਗੀਧਰ ਪਾਤਸ਼ਾਹ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਇੱਕ ਮਸੰਦ ਬਿਲੰਦ ਚਿੰਤ ਜੁਤ। ਕੁਝ ਮਸੰਦ ਵੀ ਤੇ ਗੁਰੂ ਘਰ ਦੇ ਪ੍ਰੇਮੀ ਸਿੱਖ ਵੀ ਚਿੰਤਾ ਵਿੱਚ ਬੈਠੇ ਹਨ ਗੁਰੂ ਸਾਹਿਬ ਦੇ ਆਲੇ ਦੁਆਲੇ। ਚਾਹੁੰਦੇ ਸਮੈ ਤਿਨ ਸਿੱਖ ਸਮੁਦਾਇ। ਸਾਰੀਆਂ ਸੰਗਤਾਂ ਦੇ ਚਿਹਰੇ ਉੱਤੇ ਵੀ ਚਿੰਤਾ ਫਿਕਰ ਹੈ ਕਿ ਦਿੱਲੀ ਤੋਂ ਕੀ ਖਬਰ ਆਉਣ ਵਾਲੀ ਹੈ। ਚਿਤ ਰਹਿਤ ਸਮੀਪ ਕਦੀਮੀ। ਕੁਝ ਮਹਾਰਾਜ ਦੇ ਕੋਲ ਰਹਿੰਦੇ ਹਨ, ਪੱਕੇ ਹੀ ਸੱਚੇ ਪਾਤਸ਼ਾਹ ਜੀ ਦੇ ਮੁੱਢ ਕਦੀਮੀ ਸੇਵਕ ਹਨ। ਚਿਤ ਨਏ ਦਰਸ ਹਿਤ ਆਏ। ਤੇ ਕਈ ਨਵੇਂ ਸਿੱਖ ਮਹਾਰਾਜ ਦੇ ਦਰਸ਼ਨਾਂ ਵਾਸਤੇ ਅਨੰਦਪੁਰ ਸਾਹਿਬ ਆਏ ਹਨ। ਕਰਤ ਸਿੱਖ ਪਹੁੰਚਿਓ ਤਤ ਛਿਨ। ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਉਹ ਸਿੱਖ ਦਿੱਲੀ ਤੋਂ ਬੜੀ ਛੇਤੀ ਨਾਲ 5 ਪੈਸੇ ਤੇ ਨਾਰੀਅਲ ਲੈ ਕੇ ਆ ਪਹੁੰਚਿਆ। ਦੇਖੋ ਇਹ ਸਤਿਗੁਰ ਅਗਵਾਈ। ਜਦੋਂ ਗੁਰਿਆਈ ਆਈ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਠ ਕੇ ਖੜੇ ਹੋ ਗਏ ਹਨ। ਗੁਰਤਾ ਪਹੁੰਚੀ ਲਖੀ ਨਮੋ ਕਰ। ਮਹਾਰਾਜ ਜਾਣ ਗਏ ਵੀ ਗੁਰਤਾ ਗੱਦੀ ਆ ਗਈ ਹੈ। ਨਮਸਕਾਰ ਕੀਤੀ ਹੈ ਗੁਰਿਆਈ ਗੱਦੀ ਨੂੰ। ਪੁਨ ਬੈਠੇ ਸਿੰਘਾਸਨ ਆਏ। ਫਿਰ ਆ ਕੇ ਸਿੰਘਾਸਣ ਤੇ ਬੈਠ ਗਏ। ਧਰ ਪੈਸੇ ਆਗੇ ਸਭ ਦੇਖਤ। 5 ਪੈਸੇ ਨਾਰੀਅਲ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਸਿੱਖ ਨੇ ਮੱਥਾ ਟੇਕਿਆ। ਲੈ ਸ਼੍ਰੀ ਫਲ ਝੋਰੀ ਮਹਿ ਪਾਏ। ਮਹਾਰਾਜ ਸਾਹਿਬ ਜੀ ਦੀ 10ਵੇਂ ਪਾਤਸ਼ਾਹ ਦੀ ਝੋਲੀ 'ਚ ਸ੍ਰੀ ਫਲ ਨਾਰੀਅਲ ਪਾਇਆ ਹੈ। ਹੱਥ ਬੰਧਨ ਸਿੱਖ ਕੀਨਸ। ਹੱਥ ਜੋੜ ਕੇ ਸਿੱਖ ਨੇ ਨਮਸਕਾਰ ਕੀਤੀ ਹੈ। ਪਦ ਅਰਬਿੰਦਨ ਸੀਸ ਝੁਕਾਏ। ਚਰਨ ਕਮਲਾਂ ਤੇ ਸੀਸ ਝੁਕਾ ਕੇ ਮੱਥਾ ਟੇਕਿਆ ਹੈ। ਸਿੱਖ ਨੇ ਸਿੱਖ ਸਭਾ ਸਰਬ ਕੋ। ਫਿਰ ਦਿੱਲੀ ਤੋਂ ਆਏ ਹੋਏ ਸਿੱਖ ਨੇ ਸਾਰੀ ਸੰਗਤ ਨੂੰ ਸੁਣਾ ਕੇ ਨਮੋ ਕਰੀ ਚਾਹੁੰਦੇ ਸਮੁਖ ਫੇਰ। ਚਾਰੇ ਪਾਸੇ ਨਮਸਕਾਰ ਕੀਤੀ ਹੱਥ ਜੋੜ ਕੇ ਸਾਰੀ ਸੰਗਤ ਅੱਗੇ। ਆਇਸ ਲਈ ਸਤਿਗੁਰ ਕੀ ਬੈਠਿਓ। ਫਿਰ ਗੁਰੂ ਸਾਹਿਬ ਦੀ ਆਗਿਆ ਲੈ ਕੇ ਉਹ ਬੈਠ ਗਿਆ ਹੈ। ਸਨਮੁਖ ਸੁੰਦਰ ਦਰਸ਼ਨ ਹੀਰ। ਔਰ ਸਤਿਗੁਰੂ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕਰ ਰਿਹਾ ਹੈ। ਸੁਧ ਬੂਝੀ ਸਭ ਲਗਿਓ ਸੁਨਾਵਨ। ਮਹਾਰਾਜ ਨੇ ਪੁੱਛਿਆ ਹੈ ਕਿ ਦਿੱਲੀ ਦੀ ਖਬਰ ਸੁਣਾਓ।
ਤਾਂ ਉਹ ਦਿੱਲੀ ਤੋਂ ਆਇਆ ਸਿੱਖ ਖਬਰ ਸੁਣਾਉਣ ਲੱਗਾ ਹੈ। ਈਸ਼ਵਰ ਕੇ ਖੋਟ ਵਡੇਰ। ਸੱਚੇ ਪਾਤਸ਼ਾਹ ਜੀ, ਮੇਰੇ ਚੱਲਣ ਤੋਂ ਪਹਿਲਾਂ ਜੋ ਮੈਂ ਦੇਖ ਕੇ ਆਇਆ ਹਾਂ, ਔਰੰਗਜ਼ੇਬ ਦੇ ਮਨ ਵਿੱਚ ਬਹੁਤ ਵੱਡੀ ਖੋਟ ਆਈ ਹੋਈ ਹੈ, ਬੁਰਿਆਈ ਆਈ ਹੋਈ ਹੈ। ਉਹ ਕੁਝ ਵੀ ਕਰਨ ਨੂੰ ਤਿਆਰ ਹੈ। ਕਰਤ ਕਠਨਤਾ ਅਨਕ ਭਾਂਤ ਕੀ। ਸਤਿਗੁਰੂ ਜੀ ਨੂੰ ਅਨੇਕਾਂ ਪ੍ਰਕਾਰ ਦੇ ਕਸ਼ਟ ਦਿੱਤੇ ਜਾ ਰਹੇ ਨੇ, ਪਿੰਜਰੇ 'ਚ ਪਾਇਆ ਹੋਇਆ ਹੈ ਔਰ ਮਹਾਰਾਜ ਸਾਹਿਬ ਜੀ ਬੜੇ ਤਸ਼ੱਦਦ ਸਹਿ ਰਹੇ ਹਨ। ਨਹਿ ਕਛ ਜਾਣਹਿ ਪ੍ਰਭੂ ਦਲੇਰ। ਪਰ ਮਹਾਰਾਜ ਦਲੇਰ ਹਨ। ਮਹਾਰਾਜ ਦੇ ਚਿਹਰੇ ਤੇ ਕਿਸੇ ਪ੍ਰਕਾਰ ਦਾ ਸ਼ਿਕਰ ਨਹੀਂ ਹੈ, ਕਿਸੇ ਪ੍ਰਕਾਰ ਦੇ ਤਸੀਹੇ ਨੂੰ, ਡਰ ਨੂੰ ਨਹੀਂ ਮੰਨਦੇ। ਬਦਨ ਪ੍ਰਫੁੱਲਿਤ ਇੱਕ ਸਮ ਨਿਤ ਰਹਿ। ਮਹਾਰਾਜ ਦਾ ਚਿਹਰਾ ਇੱਕ ਰਸ ਖਿੜਿਆ ਹੀ ਰਹਿੰਦਾ ਹੈ। ਜਦੋਂ ਵੀ ਦਰਸ਼ਨ ਕਰੋ, ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਸਦਾ ਹੀ ਆਨੰਦ ਵਿੱਚ ਵਿਚਰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਜਥਾ ਪ੍ਰਭਾਤੇ ਖਰਹਿ ਅਰਬਿੰਦ। ਜਿਵੇਂ ਸਵੇਰੇ ਕਮਲ ਦਾ ਫੁੱਲ ਖਿੜਿਆ ਹੁੰਦਾ, ਇਵੇਂ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਚਿਹਰਾ ਖਿੜਿਆ ਰਹਿੰਦਾ ਹੈ। ਕੁਮਤ ਮੁਲਾਨੇ। ਕਹਿੰਦੇ ਬੜੇ ਬੜੇ ਭੈੜੇ ਮਤ ਵਾਲੇ, ਕੁਮਤ ਵਾਲੇ ਮੁਲਾਣੇ ਔਰੰਗਜ਼ੇਬ ਭੇਜਦਾ ਹੈ, ਜਿਹੜਾ ਗੁਰੂ ਸਾਹਿਬ ਨੂੰ ਆ ਕੇ ਰੋਜ਼ ਇਸਲਾਮ ਵਿੱਚ ਆਉਣ ਦੀ ਦਾਵਤ ਦਿੰਦੇ ਹਨ। ਬਾਰ-ਬਾਰ ਕਹਿੰਦੇ ਹਨ ਕਿ ਮੁਸਲਮਾਨ ਬਣ ਜਾਓ ਜਾਂ ਕਰਾਮਾਤ ਦਿਖਾ ਦਿਓ। ਜੇ ਸਿਆਣੀ ਉਮਰਾਵ ਬਲਿੰਦ। ਜਿਹੜੇ ਬੜੇ ਸਿਆਣੇ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਦੇ ਉਮਰਾਵ, ਉਹ ਗੁਰੂ ਸਾਹਿਬ ਨਾਲ ਰੋਜ਼ ਆ ਕੇ ਸਿਰ ਖਪਾਈ ਕਰਦੇ ਹਨ, ਗੁਰੂ ਸਾਹਿਬ ਜੀ ਨੂੰ ਇਸਲਾਮ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਕਰਾਮਾਤ ਕਛ ਕਰੋ ਦਿਖਾਵਣ। ਜਾਂ ਕਹਿੰਦੇ ਕੋਈ ਕਰਾਮਾਤ ਦਿਖਾਓ ਗੁਰੂ ਜੀ। ਕਹਿ ਤਜ ਦੇਹੋ ਧਰਮ ਜੋ ਹਿੰਦ। ਜਾਂ ਆਪਣਾ ਹਿੰਦੂ ਧਰਮ, ਸਨਾਤਨ ਧਰਮ ਛੱਡ ਕੇ ਮੁਸਲਮਾਨ ਬਣ ਜਾਓ। ਸਰਬ ਸਿਰੋਮਣ ਸਰਹਾ ਜੇ ਆਵਹੋ। ਬਾਰ-ਬਾਰ ਮੁਲਾਣੇ ਇਹ ਕਹਿੰਦੇ ਆ ਵੀ ਸ਼ਰਅ ਸਭ ਤੋਂ ਉੱਤਮ ਹੈ, ਦੀਨ ਇਸਲਾਮ ਸਭ ਤੋਂ ਮਹਾਨ ਹੈ। ਜੇ ਤੁਸੀਂ ਸਾਰਿਆਂ ਤੋਂ ਸ਼੍ਰੋਮਣੀ ਸ਼ਰਅ ਇਸਲਾਮ ਦੀ ਸ਼ਰਅ ਵਿੱਚ ਆ ਜਾਓ ਵਧੈ ਦੀਨ ਤਉ ਮਾਨਹਿ ਬ੍ਰਿੰਦ। ਤਾਂ ਹੋਰ ਲੱਖਾਂ ਲੋਕ ਵੀ ਇਸਲਾਮ ਵਿੱਚ ਆ ਜਾਣਗੇ, ਸਾਰੀ ਦੁਨੀਆ ਇਸਲਾਮ ਨੂੰ ਮੰਨੇਗੀ, ਤੁਹਾਡਾ ਵੀ ਭਲਾ ਹੋਵੇਗਾ ਤੇ ਲੋਕਾਂ ਦਾ ਵੀ ਭਲਾ ਹੋਵੇਗਾ। ਇਦਾਂ ਦੀ ਰਾਏ, ਪੁੱਠੀ ਰਾਏ ਕਾਜੀ ਮੁਲਾਣੇ ਦੇਣ ਵਾਸਤੇ ਗੁਰੂ ਸਾਹਿਬ ਦੇ ਕੋਲ ਰੋਜ਼ ਹੀ ਆਏ ਰਹਿੰਦੇ ਹਨ। ਕਸ਼ਮੀਰੀ ਆਦ ਜਿਤ ਜਗ। ਜਿਹੜੇ ਪੰਡਤ ਕਸ਼ਮੀਰ ਦੇ ਹਨ ਤੇ ਹੋਰ ਹਿੰਦੂ ਧਰਮ ਦੇ ਲੋਕ ਹਨ, ਤੁਮਰੀ ਦਿਸ ਦੇਖਤ ਸਭ ਕੋਈ। ਉਹ ਤੁਹਾਡੇ ਵੱਲ ਦੇਖ ਰਹੇ ਨੇ ਗੁਰੂ ਜੀ। ਜੇ ਤੁਸੀਂ ਮੁਸਲਮਾਨ ਬਣ ਗਏ ਤੇ ਬਾਕੀ ਸਾਰੇ ਕਸ਼ਮੀਰੀ ਪੰਡਤ ਵੀ ਕਹਿ ਗਏ ਨੇ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ। ਜੇ ਕਸ਼ਮੀਰੀ ਪੰਡਤ ਮੁਸਲਮਾਨ ਬਣ ਗਏ ਤੇ ਖੱਤਰੀ ਅਤੇ ਨੀਵੀਆਂ ਜਾਤਾਂ ਨੂੰ ਮੁਸਲਮਾਨ ਬਣਦਿਆਂ ਕੋਈ ਦੇਰ ਨਹੀਂ ਲੱਗੇਗੀ। ਫੇਰ ਨਾ ਫੇਰ ਹੈ ਕਿਸੂ ਦੇਸ਼ ਮਹਿ। ਹਾਂ, ਕਿਸੇ ਦੇਸ਼ ਵਿੱਚ ਵੀ ਕੋਈ ਨਾ ਨਹੀਂ ਕਰੇਗਾ ਫਿਰ ਇਸਲਾਮ ਨੂੰ ਮੰਨਣ ਤੋਂ। ਮਨ ਹੈ ਕਹਿਓ ਤੁਰਕ ਜਗ ਹੋਏ। ਤੁਹਾਡਾ ਕਿਹਾ ਮੰਨ ਕੇ ਸਾਰੀ ਦੁਨੀਆ ਮੁਸਲਮਾਨ ਬਣ ਜਾਏਗੀ। ਇਮ ਚਿਤ ਚਾਹਤ ਨ ਜੇ ਅਤ ਰੁਚ ਕਰ। ਜੇ ਤੁਸੀਂ ਇਹ ਨਹੀਂ ਚਾਹੁੰਦੇ, ਮੁਸਲਮਾਨ ਬਣਨਾ ਨਹੀਂ ਚਾਹੁੰਦੇ, ਜਿਮਤ ਕਰੋ ਸਾਹੂ ਕਹਿ ਜੋਏ। ਤਾਂ ਜੋ ਬਾਦਸ਼ਾਹ ਕਰਾਮਾਤ ਦੇਖਣੀ ਚਾਹੁੰਦਾ ਹੈ ਉਹ ਦਿਖਾ ਦਿਓ। ਆਪਣੀ ਸ਼ਕਤੀ ਨਾਲ ਬਾਦਸ਼ਾਹ ਨੂੰ ਪ੍ਰਭਾਵਿਤ ਕਰ ਲਓ, ਜਿਵੇਂ ਤੁਹਾਡਾ ਪੋਤਾ ਰਾਮ ਰਾਏ ਕਰਦਾ ਰਿਹਾ ਹੈ। ਰਾਮ ਰਾਏ ਬਹੁ ਕਰੀ ਅਦਕ ਹੀ। ਬਾਬੇ ਰਾਮ ਰਾਏ ਨੇ ਬਹੁਤ ਕਰਾਮਾਤਾਂ ਦਿਖਾਈਆਂ ਨੇ। ਜਿਮ ਭਾਖੀ ਦਿਖਰਾਵਤ ਸੋਏ। ਜਿਵੇਂ ਬਾਦਸ਼ਾਹ ਕਹਿੰਦਾ ਸੀ, ਬਾਬਾ ਰਾਮ ਰਾਏ ਉਦਾਂ ਹੀ ਕਰਕੇ ਦਿਖਾ ਦਿੰਦਾ ਸੀ। ਤੁਸੀਂ ਵੀ ਆਪਣੇ ਪੋਤੇ ਰਾਮ ਰਾਏ ਦੀ ਤਰ੍ਹਾਂ ਬਾਦਸ਼ਾਹ ਦੇ ਮਨਪਸੰਦ ਕੌਤਕ ਕਰਕੇ ਦਿਖਾ ਦਿਓ ਤੇ ਬੜੇ ਆਰਾਮ ਨਾਲ, ਇੱਜ਼ਤ ਨਾਲ ਆਪਣੇ ਘਰ ਚਲੇ ਜਾਓ। ਸਰਬ ਬ੍ਰਿੰਦ ਹਜ਼ਰਤ ਨੇ ਦੀਨਸ। ਬਾਦਸ਼ਾਹ ਨੇ ਬਹੁਤ ਸਾਰਾ ਪੈਸਾ, ਧਨ ਬਾਬੇ ਰਾਮ ਰਾਏ ਨੂੰ ਦਿੱਤਾ, ਕਿਸੇ ਚੀਜ਼ ਦੀ ਰਾਮ ਰਾਏ ਨੂੰ ਕਮੀ ਨਹੀਂ ਰਹੀ। ਵੱਡ ਮਰਤਬਾ ਪਾਇਓ ਤਾਹੀ। ਔਰ ਬਾਬੇ ਰਾਮ ਰਾਏ ਨੂੰ ਮਾਇਆ ਦੇ ਧਨ ਪਦਾਰਥ ਵੀ ਬਹੁਤ ਮਿਲ ਗਏ ਤੇ ਜਗੀਰਾਂ ਮਿਲ ਗਈਆਂ, ਦੇਹਰਾਦੂਨ ਦਾ ਇਲਾਕਾ ਮਿਲ ਗਿਆ। ਬੜੇ ਵੱਡੇ ਮਰਾਤਬੇ ਬਾਬੇ ਰਾਮ ਰਾਏ ਨੇ ਹਾਸਲ ਕੀਤੇ ਹਨ। ਜਿਤ ਕਿਤ ਤੇ ਸਭ ਸੰਗਤ ਹੋਈ। ਔਰ ਸਾਰੇ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਲੱਖਾਂ ਲੋਕ ਰਾਮ ਰਾਏ ਦੇ ਸਿੱਖ ਬਣ ਗਏ ਨੇ।
ਰਾਮ ਰਾਈਆਂ ਦੀ ਸੰਗਤ ਬਹੁਤ ਜ਼ਿਆਦਾ ਹੋ ਗਈ ਹੈ ਵਧਿਓ ਸਮਾਜ ਸੁਜਸ ਜਗ ਮਾਹੀ ਔਰ ਬਾਬੇ ਰਾਮ ਰਾਏ ਦਾ ਸਾਜੋ ਸਮਾਨ, ਉਹਦੀ ਮਹਿਮਾ ਵਡਿਆਈ ਬਹੁਤ ਵੱਧ ਗਈ ਹੈ। ਬਸੋ ਸਾਹਿਬ ਕੇ ਦੇਸਨ ਮਹਿ ਤੁਮ ਹਾਂ, ਤੁਸੀਂ ਗੁਰੂ ਤੇਗ ਬਹਾਦਰ ਜੀ ਬਾਦਸ਼ਾਹ ਦੇ ਦੇਸ਼ ਵਿੱਚ ਰਹਿੰਦੇ ਹੋ। ਹਿੰਦੁਸਤਾਨ ਦਾ ਮਾਲਕ ਔਰੰਗਜ਼ੇਬ ਹੈ, ਉਹਦੀ ਮਰਜ਼ੀ ਦੇ ਅਨੁਸਾਰ ਹੀ ਚੱਲੋ। ਤੁਸੀਂ ਬਾਦਸ਼ਾਹ ਦੀ ਮਰਜ਼ੀ ਦੇ ਉਲਟ ਕੋਈ ਕੰਮ ਨਾ ਕਰੋ। ਜਵਾਬ ਹੋ ਜਿਤ ਦਿਸ ਚੱਲ ਜਾਹੇ ਹਾਂ, ਜਿੱਧਰ ਵੀ ਤੁਸੀਂ ਜਾਓਗੇ ਤੁਹਾਡੀ ਪੂਜਾ ਹੋਵੇਗੀ। ਬਾਦਸ਼ਾਹ ਦੇ ਅਨੁਸਾਰ ਹੀ ਚੱਲੋਗੇ ਤੇ ਬਾਦਸ਼ਾਹ ਸਾਰੇ ਦੇਸ਼ਾਂ ਦੇ ਸੂਬੇਦਾਰਾਂ ਨੂੰ, ਸਾਰੇ ਨਵਾਬਾਂ ਨੂੰ, ਰਾਜਿਆਂ ਮਹਾਰਾਜਿਆਂ ਨੂੰ ਕਹਿ ਛੱਡੇਗਾ ਵੀ ਇਹ ਸਾਡੇ ਪੀਰ ਹਨ, ਇਹਨਾਂ ਦੀ ਪੂਜਾ ਕਰੋ। ਕਿਉਂ ਕਰ ਕਹਿਓ ਨਾ ਮਾਨਹਿ ਤਿਸ ਕੋ ਤੁਸੀਂ ਬਾਦਸ਼ਾਹ ਦਾ ਕਿਹਾ ਕਿਉਂ ਨਹੀਂ ਮੰਨਦੇ ਗੁਰੂ ਜੀ? ਕਿਉਂ ਜਿੱਦ ਫੜੀ ਬੈਠੇ ਹੋ? ਕਰਾਮਾਤ ਦਿਖਾਉਣ ਵਿੱਚ ਕੀ ਹਰਜ ਹੈ? ਮੁਸਲਮਾਨ ਬਣਨ ਵਿੱਚ ਕੀ ਹਰਜ ਹੈ? ਨਾ ਹੱਕ ਹੀ ਇੰਨੇ ਦੁੱਖ ਸਹਿ ਰਹੇ ਹੋ। ਤੁਸੀਂ ਬਾਦਸ਼ਾਹ ਦਾ ਕਹਿਣਾ ਮੰਨ ਕੇ ਜਾਂ ਤਾਂ ਕਰਾਮਾਤ ਦਿਖਾਓ ਜਾਂ ਮੁਸਲਮਾਨ ਬਣ ਕੇ ਸੁਖੀ ਰਹੋ। ਦੇਹ ਅਜਮਤ ਨਹਿ ਕੀਜੈ ਨਾਹੀ ਤੁਸੀਂ ਕਰਾਮਾਤ ਦਿਖਾਓ ਨਾ ਕਰੋ। ਜਿਵੇਂ ਰਾਮ ਰਾਏ ਨੇ ਤਾਂ ਕੋਈ ਵੀ ਬਾਦਸ਼ਾਹ ਫਰਮਾਇਸ਼ ਕਰਦਾ ਸੀ ਉਸੇ ਵੇਲੇ ਦਿਖਾ ਦਿੰਦਾ ਸੀ, ਤੇ ਤੁਸੀਂ ਕੋਈ ਵੀ ਕਰਾਮਾਤ ਦਿਖਾਉਣ ਨੂੰ ਹਾਂ ਨਹੀਂ ਕਰਦੇ। ਗੁਰੂ ਕਹਿਓ ਮੂਰਖ ਚਵਗੱਤਾ ਦਿੱਲੀ ਤੋਂ ਆਇਆ ਹੋਇਆ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਹ ਗੱਲ ਦੱਸ ਰਿਹਾ ਹੈ ਤੇ ਮਹਾਰਾਜ ਕਹਿੰਦੇ ਮੂਰਖ ਚੁਗੱਤਾ ਔਰੰਗਜ਼ੇਬ, ਦੁਸ਼ਟ ਕੁਪੱਤਾ ਮਤਾ ਮੰਦ ਕਹਿੰਦੇ ਉਹ ਹੰਕਾਰ ਦੇ ਵਿੱਚ ਮੰਦ ਬੁੱਧੀ ਹੋ ਚੁੱਕੀ ਹੈ ਉਹਦੀ, ਕਿਉਂਕਿ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ, ਆਪਣੇ ਆਪ ਨੂੰ ਸਭ ਕੁਝ ਸਮਝ ਬੈਠਾ ਹੈ, ਪਰਮੇਸ਼ਰ ਦੇ ਭੈ ਵਿੱਚ ਨਹੀਂ ਆਉਂਦਾ। ਦੁਰਮਤ ਰੱਤਾ ਹੋਏ ਬਿਨ ਸਤਾ ਕਹਿੰਦੇ ਉਹ ਦੁਰਮਤ ਮਾੜੀ ਮੱਤ ਵਿੱਚ ਰੱਤਾ ਹੋਇਆ, ਥੋੜੇ ਦਿਨਾਂ ਨੂੰ ਉਹਦੀ ਸੱਤਾ, ਉਹਦਾ ਰਾਜ ਭਾਗ ਖਤਮ ਹੋ ਜਾਏਗਾ, ਖਾਲਸਾ ਰਾਜ ਖੋਹ ਲਵੇਗਾ। ਉਤਾ ਤੁਰਕਨ ਤੇਜ ਬੁਲੰਦ ਜਿਹੜਾ ਤੁਰਕਾਂ ਦਾ ਤਪ ਤੇਜ ਬਹੁਤ ਹੁੰਦਾ ਸੀ ਉਹ ਹੁਣ ਨਹੀਂ ਰਵੇਗਾ, ਹੁਣ ਮੁਗਲਾਂ ਦਾ ਸੂਰਜ ਅਸਤ ਹੋ ਜਾਵੇਗਾ। ਚੱਖ ਮਾਰ ਤੱਤਾ ਹੋਏ ਕਰ ਮਤਾ ਕਹਿੰਦੇ ਚੱਖ ਮਾਰ ਤੱਤਾ, ਇਹ ਤੁਰਕ ਜਿਹੜਾ ਹੈ ਚੱਖ ਮਾਰ ਰਿਹਾ ਹੈ, ਹੰਕਾਰ ਵਿੱਚ ਮਸਤ ਹੋ ਕੇ ਮਨ ਆਈਆਂ ਕਰ ਰਿਹਾ ਹੈ। ਬਨ ਹੈ ਉਵੱਤਾ ਘੱਤਾ ਧੁੰਦ ਕਹਿੰਦੇ ਇਹਨੇ ਧੁੰਦ ਪਾ ਦੇਣਾ ਹੈ ਦੇਸ਼ ਦੇ ਵਿੱਚ, ਇਹਦੇ ਕਰਕੇ ਇਹਨੂੰ ਆਪ ਹੀ ਔਖਿਆਈ ਹੋਣੀ ਹੈ, ਕਿਉਂਕਿ ਜਦੋਂ ਮੱਕੜੀ ਜਾਲ ਬੁਣਦੀ ਹੈ ਉਹਦੇ ਵਿੱਚ ਆਪ ਹੀ ਫਸ ਜਾਂਦੀ ਹੈ। ਇਹ ਜਿਹੜੇ ਜ਼ਾਲਮ ਲੋਕ ਰਾਜੇ ਮਹਾਰਾਜੇ ਪ੍ਰਜਾ ਉੱਤੇ ਜ਼ੁਲਮ ਕਰਦੇ ਨੇ, ਫਿਰ ਇਹ ਆਪ ਹੀ ਉਹਦਾ ਦੁੱਖ ਭੋਗਦੇ ਨੇ। ਦਾਨੰ ਪਰਾ ਪੂਰਵੇਣ ਪਹੁੰਚੰਤੇ ਮਹੀਪ ਤੇ ਵਿਪਰੀਤ ਬੁੱਧਿੰ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁੱਖ ਭੋਗਤੇ। ਪੰਚਮ ਪਾਤਸ਼ਾਹ ਜੀ ਨੇ ਕਿਹਾ ਵੀ ਪੂਰਬਲੇ ਪੁੰਨ ਕੀਤੇ ਹੁੰਦੇ ਨੇ ਰਾਜ ਮਿਲ ਜਾਂਦਾ ਹੈ, ਜਦੋਂ ਰਾਜ ਮਿਲ ਜਾਂਦਾ ਹੈ ਫਿਰ ਪਾਪ ਕਰਦੇ ਨੇ, ਫਿਰ ਬਹੁਤ ਲੰਮਾ ਸਮਾਂ ਨਰਕਾਂ 'ਚ ਦੁੱਖ ਭੋਗਦੇ ਨੇ। ਗੁਰ ਬਰ ਦਿੱਤਾ ਬਾਬਰ ਲਿੱਤਾ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਖਾਨਦਾਨ ਵਿੱਚ ਵੱਡੇ ਬਾਬਰ ਬਾਦਸ਼ਾਹ ਨੂੰ 7 ਪੁਸਤਾਂ ਦਾ ਵਰ ਦਿੱਤਾ ਸੀ ਰਾਜ ਕਰਨ ਦਾ। ਬਾਬਰ ਨੇ ਮੰਗ ਕੇ ਲਿਆ ਸੀ ਗੁਰੂ ਨਾਨਕ ਦੇਵ ਜੀ ਕੋਲੋਂ। ਇਹ ਖੋਵੈ ਤਿਸ ਨਤਾਨੰਦ ਇਹ ਨਤਾਨੰਦ ਯਾਨੀ ਉਹਦੇ ਪੜਪੋਤੇ ਦਾ ਵੀ ਗਾਂ ਜਿਹੜਾ ਪੁੱਤਰ 6ਵੀਂ ਪੀੜ੍ਹੀ ਹੈ, ਇਹ ਉਹ ਰਾਜ ਗਵਾ ਬੈਠੇਗਾ। ਇਹਨੇ ਜੜ੍ਹਾਂ ਪੁੱਟ ਲੈਣੀਆਂ ਨੇ ਆਪਣੀਆਂ, ਬਾਬਰ ਦੀ ਖਾਨਦਾਨੀ ਦਾ ਨਾਸ ਕਰ ਲੈਣਾ ਹੈ। ਕਰਾਮਾਤ ਕੋ ਕਹੈ ਕਹਿਰ ਜਨ ਕਹਿੰਦੇ ਕਰਾਮਾਤ ਨੂੰ ਮਹਾਂਪੁਰਸ਼ ਕਹਿਰ ਕਹਿੰਦੇ ਹਨ। ਵਾਹਿਗੁਰੂ ਦੇ ਭਾਣੇ ਵਿੱਚ ਦਖਲ ਦੇਣਾ, ਵਾਹਿਗੁਰੂ ਨੂੰ ਨਹੀਂ ਮਨਜ਼ੂਰ, ਆਪਣੀ ਸ਼ਕਤੀ ਨਾਲ ਕੁਝ ਕਰ ਦੇਣਾ। ਮਹਾਂਪੁਰਸ਼ ਜਿਹੜੇ ਰੱਬ ਦੇ ਬੰਦੇ ਹਨ ਉਸ ਨੂੰ ਕਹਿਰ ਕਹਿੰਦੇ ਹਨ। ਜਨ ਦਰਵੇਸ਼ਨ ਕੋ ਐਸ ਨਾ ਕਾਜ ਰੱਬ ਦੇ ਪਿਆਰਿਆਂ ਦਾ ਦਰਵੇਸ਼ਾਂ ਦਾ ਇਹੋ ਜਿਹਾ ਕੰਮ ਨਹੀਂ ਹੁੰਦਾ, ਉਹ ਇਹੋ ਜਿਹੇ ਕਰਾਮਾਤ ਨਾਟਕ ਚੇਟਕ ਨਹੀਂ ਕਰਦੇ। ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹਨਾਂ ਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਕੌਤਕ ਕਰਦਿਆਂ, ਨਾਟਕ ਚੇਟਕ ਕਰਦਿਆਂ, ਕਰਾਮਾਤਾਂ ਕਰਦਿਆਂ ਹੋਇਆਂ। ਨਾਟਕ ਚੇਟਕ ਕਰ ਦਿਖਰਾਵਨ ਜਿਹੜੇ ਨਾਟਕ ਚੇਟਕ ਕਰਕੇ ਦਿਖਾਉਂਦੇ ਹਨ ਪ੍ਰਭ ਲੋਕਨ ਕਹਿ ਆਵਤ ਲਾਜ ਉਹਨਾਂ ਤੋਂ ਪਰਮੇਸ਼ਰ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ, ਲਾਜ ਆਉਂਦੀ ਹੈ। ਕਹਿੰਦੇ ਪਰਮੇਸ਼ਰ ਦੇ ਸਾਹਮਣੇ ਜੋ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਹੈ
ਉਹਦੇ ਭਾਣੇ ਵਿੱਚ ਦਖਲਅੰਦਾਜ਼ੀ ਕਰੀਏ, ਕੋਈ ਕਰਾਮਾਤ ਦਿਖਾਈਏ, ਪਰਮੇਸ਼ਰ ਦੇ ਪਿਆਰਿਆਂ ਨੂੰ ਚੰਗੀ ਨਹੀਂ ਲੱਗਦੀ। ਅਦਕ ਧਰਮ ਧਨ ਧਰਹਿ ਨ ਛੋਰਹਿ। ਕਹਿੰਦੇ ਧਰਮ ਦਾ ਧਨ ਧਾਰਨ ਕਰਕੇ ਰੱਖਦੇ ਨੇ, ਆਪਣਾ ਧਰਮ ਨਹੀਂ ਛੱਡਦੇ। ਨਿਜ ਨਿਜ ਪ੍ਰਿਯ ਸਭ ਕੋ ਸੁਖ ਸਾਜ। ਮਹਾਰਾਜ ਕਹਿੰਦੇ ਆਪੋ ਆਪਣਾ ਧਰਮ ਸਭ ਨੂੰ ਪਿਆਰਾ ਹੈ, ਸਾਰਿਆਂ ਨੂੰ ਸੁਖ ਦੇਣ ਵਾਲਾ ਹੈ। ਈਸ਼ਵਰ ਕਰਹਿ ਮੇਟ ਕੋ ਸਾਕਹਿ। ਈਸ਼ਵਰ ਜੋ ਕਰਦਾ ਹੈ ਉਹਨੂੰ ਕੋਈ ਮੇਟ ਸਕਦਾ? ਕੋਈ ਵੀ ਨਹੀਂ ਮੇਟ ਸਕਦਾ। ਹਠ ਜੋ ਕਰਹਿ ਮੂੜ ਮਤ ਪਾਜ। ਜਿਹੜਾ ਕੋਈ ਹੱਠ ਕਰਕੇ ਪਰਮੇਸ਼ਰ ਦੇ ਕੀਤੇ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ, ਉਹ ਮੂਰਖ ਹੈ, ਉਹ ਪਖੰਡ ਕਰ ਰਿਹਾ ਹੈ। ਮ੍ਰਿਦੁਲ ਕਠਨ ਇਤਿਆਦਿਕ ਭਾਖੀ। ਇਸ ਤਰ੍ਹਾਂ ਗੁਰੂ ਕਲਗੀਧਰ ਜੀ ਮਹਾਰਾਜ ਨੇ ਵਚਨ ਸੁਣੇ ਹਨ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਤੁਰਕਾਂ ਨਾਲ ਕੀਤੇ ਹਨ। ਸੁਨ ਕਰ ਦੁਖੈ ਅਦਕ ਉਰ ਮਾਹੀ। ਤੁਰਕ ਜਦੋਂ ਮਹਾਰਾਜ ਦੇ ਇਸ ਤਰ੍ਹਾਂ ਦੇ ਬਚਨ ਸੁਣਦੇ ਹਨ ਤਾਂ ਤੁਰਕ ਬੜੇ ਦੁਖੀ ਹੁੰਦੇ ਹਨ, ਬੜੇ ਸੜਦੇ ਹਨ। ਸੁਨ ਗੁਰਮੁਖ ਕੋ ਕੀਨ ਅਵਾਹਨ। ਫਿਰ ਇਹ ਕਲਗੀਧਰ ਪਾਤਸ਼ਾਹ ਜੀ, ਗੁਰੂ ਸਾਹਿਬ ਨੇ ਮੈਨੂੰ ਬੁਲਾਇਆ ਜੇਲ੍ਹ ਵਿੱਚ। ਜਮਾਦਾਰ ਕਾਰਾਗ੍ਰਹਿ ਤਾਹੀ। ਜਿਹੜਾ ਜੇਲ੍ਹ ਦਾ ਸੁਪਰਡੈਂਟ ਹੈ, ਜਮਾਦਾਰ ਹੈ, ਉਹ ਗੁਰੂ ਕਾ ਪ੍ਰੇਮੀ ਬਣ ਚੁੱਕਾ ਹੈ। ਉਹ ਸਾਡੀ ਸਿੱਖਾਂ ਦੀ ਬੜੀ ਮਦਦ ਕਰਦਾ ਹੈ, ਰਾਤ ਬਰਾਤੇ ਗੁਰੂ ਸਾਹਿਬ ਦੇ ਨਾਲ ਮੇਲ ਮਿਲਾਪ ਕਰਾਂਦਾ ਰਹਿੰਦਾ ਹੈ। ਸੋ ਗੁਰੂ ਸੇਵਕ ਹੋਏ ਅਨੁਕੂਲੀ। ਉਹ ਜੇਲ੍ਹ ਦਾ ਜਮਾਦਾਰ ਗੁਰੂ ਕਾ ਸੇਵਕ ਬਣ ਗਿਆ, ਗੁਰੂ ਕੇ ਅਨੁਕੂਲ ਹੋ ਗਿਆ, ਹੁਕਮ ਚੱਲਦਾ ਹੈ। ਪਠ ਹੋ ਜੋ ਸਿੱਖ ਮਿਲਾਵੇ ਵਾਹੀ। ਜਿਹਨੂੰ ਤੁਸੀਂ ਭੇਜਦੇ ਹੋ ਗੁਰੂ ਜੀ, ਉਹ ਮਿਲਾ ਦਿੰਦਾ ਹੈ। ਬੰਦ ਹੈ ਚਰਨ ਕਮਲ ਸਰ ਧਾਉ। ਬੜਾ ਸ਼ਰਧਾਲੂ ਹੈ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦਾ, ਰੋਜ਼ ਸੰਗਤ ਦਾ ਵੀ ਸਤਿਕਾਰ ਕਰਦਾ ਹੈ। ਉਜਲੇ ਗਇਓ ਪ੍ਰਭੂ ਕੇ ਪਾਹੇ। ਤੇ ਮੈਨੂੰ ਵੀ ਗੁਰੂ ਸਾਹਿਬ ਕੋਲ ਉਹੀ ਦਰੋਗਾ ਲੈ ਕੇ ਗਿਆ ਸੀ। ਗੁਰ ਬੋਲੇ ਹਮ ਅਲਪ ਆਰ ਬਲ। ਤੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਬੋਲਿਆ। ਗੁਰੂ ਸਾਹਿਬ ਕਹਿਣ ਲੱਗੇ ਵੀ ਸਾਡੇ ਹੁਣ 1-2 ਦਿਨ ਹੀ ਬਾਕੀ ਰਹਿ ਗਏ ਨੇ, ਸਾਡੇ ਸਰੀਰ ਦੀ ਸਮਾਪਤੀ ਹੈ, ਆਯੂ ਸਾਡੀ ਜਿਹੜੀ ਵਾਹਿਗੁਰੂ ਨੇ ਬਖਸ਼ੀ ਸੀ ਪਰਾਲਾ ਵਜੋਂ ਸੰਪੂਰਨ ਹੋ ਚੁੱਕੀ ਹੈ। 1-2 ਦਿਨ ਕੀ ਨਿਸ਼ਚੈ ਜਾਨ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਕਹਿ ਦਿੱਤਾ, ਮੈਨੂੰ ਕਿਹਾ ਵੀ ਸਾਡੀ ਉਮਰ ਹੁਣ 1-2 ਦਿਨ ਬਾਕੀ ਰਹਿ ਗਈ ਹੈ। ਜਗ ਗੁਰ ਕਾ ਕੋ ਲੇਕਰ ਗਮਨ ਹੋ। ਆ ਜੋ ਜਗਤ ਗੁਰਿਆਈ ਹੈ ਗੁਰੂ ਨਾਨਕ ਦੇਵ ਜੀ ਦੀ, ਇਹ ਸਾਡੇ ਕੋਲ ਸੀ, ਸਾਡੀ ਜ਼ਿੰਮੇਵਾਰੀ ਸੀ, ਇਹ ਹੁਣ ਤੁਸੀਂ ਲੈ ਜਾਓ। ਨਹਿ ਠਹਿਰੋ ਹੋਇ ਕੈ ਸਵਧਾਨ। ਰਸਤੇ 'ਚ ਰੁਕਣਾ ਨਹੀਂ, ਛੇਤੀ ਛੇਤੀ ਜਾ ਕੇ 10ਵੇਂ ਪਾਤਸ਼ਾਹ ਨੂੰ ਗੁਰਿਆਈ ਦੇ ਦਿਓ। ਪਹੁੰਚੋ ਈਸ਼ਵਰ ਅੰਸੈ ਅਰਪੋ। ਜੋ ਈਸ਼ਵਰ ਦੀ ਅੰਸ਼ 10ਵੇਂ ਪਾਤਸ਼ਾਹ ਮਹਾਰਾਜ ਆਏ ਹਨ, ਮਹਾਬਲੀ ਦੁਸ਼ਟ ਦਮਨ, ਉਹਨਾਂ ਨੂੰ ਜਾ ਕੇ ਇਹ ਗੁਰਿਆਈ ਗੱਦੀ ਬਖਸ਼ ਦਿਓ। ਵਧੈ ਪ੍ਰਤਾਪ ਜਹਾਨ ਮਹਾਨ। ਉਹਨਾਂ ਦਾ ਪ੍ਰਤਾਪ ਬਹੁਤ ਜ਼ਿਆਦਾ ਵਧੇਗਾ, ਸੰਸਾਰ ਵਿੱਚ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਬਣਨਗੇ। ਬਿਨਾ ਕਾਨ ਤੁਰਕਾਨ ਰਹਾਨੋ। ਉਹਨਾਂ ਨੂੰ ਕਹਿ ਦਿਓ ਵੀ ਬਿਨਾਂ ਕਾਣ ਕਨੌੜ ਦੇ, ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਹੋਇਆਂ ਤੁਰਕਾਂ ਦੀ ਸਫਾਈ ਕਰ ਦੇਣੀ ਹੈ, ਜ਼ੁਲਮਾਂ ਦੀ ਜੜ ਪੁੱਟ ਕੇ ਰੱਖ ਦੇਣੀ ਹੈ, ਕਿਸੇ ਦਾ ਭੈ ਨਹੀਂ ਮੰਨਣਾ। ਸੇਵਕਾਨ ਰਛੋ ਬਲ ਠਾਨ। ਔਰ ਸੂਰਬੀਰ ਯੋਧਿਆਂ ਦਾ ਪੰਥ ਪੈਦਾ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਕਰਨੀ ਹੈ, ਬਲ ਦੇਣਾ ਸ਼ਸਤਰਾਂ ਦਾ, ਭਗਤੀ ਦਾ, ਜਪ ਦਾ, ਤਪ ਦਾ। ਇਹ ਮਹਾਰਾਜ ਆਪਣੇ ਖਾਲਸੇ ਨੂੰ ਵਰ ਦੇ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਮਾਰਗ ਦੱਸ ਰਹੇ ਨੇ ਵੀ ਇਸ ਤਰ੍ਹਾਂ ਦਾ ਰਸਤਾ ਅਪਣਾਉਣਾ ਹੈ। ਲੀਕਰ ਗਮਨਿਓ ਥਿਰਿਓ ਨ ਮਾਰਗ। ਸੋ ਸਿੱਖ ਕਹਿੰਦਾ ਮੈਂ ਦਿੱਲੀ ਤੋਂ ਮਹਾਰਾਜ ਇਹ 5 ਪੈਸੇ ਨਾਰੀਅਲ ਲੈ ਕੇ ਗੁਰਿਆਈ ਲੈ ਕੇ ਤੁਰਿਆ ਹੀ ਆਇਆ ਹਾਂ, ਰਸਤੇ 'ਚ ਰੁਕਿਆ ਨਹੀਂ। ਗੁਰ ਬਲ ਤੇ ਪਹੁੰਚੋ ਪੁਰ ਆਈ। ਗੁਰੂ ਦੇ ਬਲ ਨਾਲ ਮਹਾਰਾਜ ਮੈਂ ਇੱਥੇ ਆ ਪਹੁੰਚਿਆ ਹਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ। ਸਭਾ ਸਹਿਜ ਕਲਗੀਧਰ ਸੁਣ ਕਰ। ਸਾਧ ਸੰਗਤ ਜੀ, ਜਦੋਂ ਇਹ ਬਚਨ ਦਿੱਲੀ ਤੋਂ ਆਏ ਹੋਏ ਸਿੱਖ ਦੇ ਮਹਾਰਾਜ 10ਵੇਂ ਪਾਤਸ਼ਾਹ ਨੇ ਸਭਾ ਸਮੇਤ ਸੁਣੇ ਹਨ। ਗੁਰ ਸਿਮਰਨ ਕਰ ਉਰ ਮਹਿ ਲਿਆਏ। ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਸਾਰਿਆਂ ਦੇ ਹਿਰਦੇ 'ਚ ਆ ਗਈ ਹੈ। ਬੰਦ ਹਾਥ ਬੰਧਨ ਕਰ ਪੁਨ ਪੁਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ ਸਾਰੀਆਂ ਸੰਗਤਾਂ ਨੇ ਹੱਥ ਜੋੜ ਜੋੜ ਕੇ ਬਾਰ-ਬਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵੱਲ ਨਮਸਕਾਰ ਭੇਜੀ ਹੈ। ਅਲਖ ਗੁਰੂ ਗਤ ਲਖੀ ਨ ਜਾਏ। ਇਹ ਸਤਿਗੁਰੂ ਜੀ, ਆਪ ਜੀ ਦੀ ਗਤ ਅਲਖ ਹੈ, ਲਖੀ ਨਹੀਂ ਜਾ ਸਕਦੀ।
ਕੋਈ ਆਪ ਜੀ ਦੀ ਖੇਡ ਨੂੰ ਜਾਣ ਨਹੀਂ ਸਕਦਾ। ਮਾਤ ਨਾਨਕੀ ਜਹ ਸ਼੍ਰੀ ਗੁਜਰੀ, ਜਿੱਥੇ ਅੰਦਰ ਮਾਤਾ ਨਾਨਕੀ ਤੇ ਮਾਤਾ ਗੁਜਰੀ ਸੱਸਾਂ ਨੋਹਾਂ ਬੈਠੀਆਂ ਸਨ, ਪਹੁੰਚ ਸਿੱਖ ਕਰ ਨਮੋ ਸੁਣਾਏ। ਸਿੱਖ ਉਹਨਾਂ ਕੋਲ ਗਿਆ ਤੇ ਜਾ ਕੇ ਨਮਸਕਾਰ ਕਰਕੇ ਦਿੱਲੀ ਦੀ ਖਬਰ ਸੁਣਾਈ। ਦੀਰਘ ਸਵਾਸ ਤਪਤ ਅਤ ਛੋਰਤ, ਉਸ ਵੇਲੇ ਮਾਤਾ ਜੀ ਕਹਿੰਦੇ ਵੱਡੇ ਲੰਮੇ ਲੰਮੇ ਸਾਹ ਤੱਤੇ ਤੱਤੇ ਸਾਹ ਲੈ ਰਹੇ ਸਨ। ਲੋਚਨ ਜਲ ਝਲਕਿਓ ਤਤਕਾਲ, ਮਾਤਾ ਨਾਨਕੀ ਦੀਆਂ ਅੱਖਾਂ ਮਾਤਾ ਗੁਜਰੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਅਤ ਸਮਰੱਥ ਜਿਨ ਦਾਸਨ ਦਾਸ ਹੈ, ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਤੀ ਸਮਰੱਥਾ ਦੇ ਮਾਲਕ, ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਆਪ ਤਾਂ ਕਿਹਾ ਉਹਨਾਂ ਦੀ ਮਹਿਮਾ ਕੋਈ ਕਹਿ ਸਕਦਾ। ਉਹਨਾਂ ਦੇ ਜਿਹੜੇ ਦਾਸ ਹਨ, ਉਹਨਾਂ ਦੇ ਗਾਂ ਜਿਹੜੇ ਦਾਸ ਹਨ, ਦਾਸਾਂ ਦੇ ਵੀ ਜੋ ਦਾਸ ਹਨ, ਸਹੀ ਅਵਗਿਆ ਇਤਕ ਵਿਸਾਲ, ਉਹ ਜੋ ਚਾਹਣ ਸੋ ਕਰ ਸਕਦੇ ਹਨ। ਪਰ ਗੁਰੂ ਸਾਹਿਬ ਇੰਨੀ ਸਮਰੱਥਾ ਦੇ ਮਾਲਕ ਹੋ ਕੇ ਵੀ ਤੁਰਕਾਂ ਦੀ ਅਵਗਿਆ ਸਹਿ ਲਈ ਹੈ। ਆਪਣੇ ਸਿਰ ਤੇ ਏਡੇ ਵੱਡੇ ਜ਼ੁਲਮ ਸਹਾਰ ਲਏ ਹਨ। ਚਾਹੇ ਕਰੈ ਬਿਨ ਬਿਲਮ ਸਰਬ ਕੁਛ, ਬਿਨਾਂ ਦੇਰੀ ਦੇ ਜੋ ਚਾਹਣ ਸਤਿਗੁਰੂ ਕਰ ਸਕਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬਸ ਪੁਰਕੀਸ਼ਰ ਕੇ ਅਸਹਾਲ, ਪਰ ਤੁਰਕਾਂ ਦੇ ਵਸ ਪੈ ਕੇ, ਪਿੰਜਰਿਆਂ 'ਚ ਪੈ ਕੇ ਐਸੀ ਹਾਲਤ ਨੂੰ ਪ੍ਰਾਪਤ ਹੋ ਗਏ ਨੇ, ਅੱਜ ਗੁਰਿਆਈ ਗੱਦੀ ਭੇਜ ਦਿੱਤੀ ਹੈ। ਧੰਨ ਧੰਨ ਗੁਰ ਅਚਰਜ ਚਰਤਾ, ਧੰਨ ਸਤਿਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਿੱਤਰ ਕੌਤਕ ਬੜੇ ਅਸਚਰਜ ਹਨ। ਕਿਮ ਕੋ ਬਾਕ ਕਹੈ ਕਿਸ ਨਾਲ, ਕੋਈ ਕਿਸ ਤਰ੍ਹਾਂ ਦੇ ਬਾਕ ਕਹਿ ਸਕਦਾ ਕਿਸੇ ਨੂੰ। ਅਵਧ ਓਜ ਕੀ ਅਵਧ ਧੀਰ ਕੀ, ਮਹਾਰਾਜ ਓਜ ਪ੍ਰਤਾਪ ਦੀ ਵੀ ਹੱਦ ਨੇ ਤੇ ਧੀਰਜ ਦੀ ਵੀ ਹੱਦ ਨੇ। ਇੰਨਾ ਧੀਰਜੀ ਮਹਾਂਪੁਰਸ਼ ਕੋਈ ਦੁਨੀਆ ਤੇ ਨਹੀਂ ਵੇਖਿਆ ਜੈਸੇ ਧੀਰਜਵਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਤਰ੍ਹਾਂ ਦੀ ਸ਼ਕਤੀ ਦੇ ਮਾਲਕ ਹੋ ਕੇ, ਓਜ ਪ੍ਰਤਾਪ ਦੇ ਮਾਲਕ ਹੋ ਕੇ ਵੀ ਇੰਨਾ ਧੀਰਜ ਰੱਖਿਆ ਹੈ। ਅਵਧ ਅਵਗਿਆ ਲਹੀ ਸਹਾਰ, ਔਰ ਅਵਗਿਆ ਦੀ ਵੀ ਹੱਦ ਹੈ। ਇਧਰੋਂ ਮਹਾਰਾਜ ਧੀਰਜ ਦੀ ਹੱਦ ਨੇ, ਉਧਰੋਂ ਔਰੰਗਜ਼ੇਬ ਅਵਗਿਆ ਦੀ ਹੱਦ ਹੈ, ਗੁਨਾਹਾਂ ਦੀ ਹੱਦ ਹੈ। ਗੁਰੂ ਸਾਹਿਬ ਤੇ ਏਡੇ ਵੱਡੇ ਜ਼ੁਲਮ ਕੀਤੇ ਹਨ। ਸਿੱਖਾਂ ਨੂੰ ਆਰੇ ਨਾਲ ਚੀਰ ਦਿੱਤਾ, ਦੇਗਾਂ 'ਚੋਂ ਬਾਲ ਦਿੱਤਾ, ਗੁਰੂ ਸਾਹਿਬ ਜੀ ਦੇ ਸਾਹਮਣੇ ਰੂਈ 'ਚ ਪੰਨ ਕੇ ਸਾੜ ਦਿੱਤਾ, ਮਹਾਰਾਜ ਨੂੰ ਪਿੰਜਰੇ 'ਚ ਰੱਖਿਆ ਤੇ ਹੁਣ ਸ਼ਹੀਦ ਕਰਨਾ ਚਾਹੁੰਦੇ। ਸਾਰਾ ਕੁਝ ਗੁਰੂ ਸਾਹਿਬ ਖਿੜੇ ਮੱਥੇ ਸਹੀ ਜਾਂਦੇ ਹਨ। ਤੁਮ ਬਿਨ ਕੌਣ ਕਰੈ ਅਸ ਕਾਜ, ਇਹ ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਐਸਾ ਕੰਮ ਹੋਰ ਕੌਣ ਕਰ ਸਕਦਾ ਹੈ। ਐਸਾ ਅਜਰ ਨੂੰ ਜਰਨ ਦਾ ਹੋਰ ਕਿਸੇ 'ਚ ਮਾਦਾ ਨਹੀਂ ਹੈ। ਹਿੰਦ ਧਰਮ ਕੋ ਧਰ ਕਰ ਭਾਰ, ਹਿੰਦੂ ਧਰਮ ਦਾ ਵੱਡਾ ਭਾਰ ਆਪਣੇ ਮੋਢਿਆਂ ਤੇ ਚੱਲ ਲਿਆ, ਜਿਹੜਾ ਕਿ ਕੋਈ ਵੀ ਨਹੀਂ ਸੀ ਲੈ ਸਕਦਾ। ਉਸ ਵੇਲੇ ਸਭ ਦੇਵੀ ਦੇਵਤੇ ਵੀ ਜਵਾਬ ਦੇ ਗਏ ਸਨ। ਹਿੰਦੁਸਤਾਨ ਦੇ ਵਿੱਚ ਕੋਈ ਐਸਾ ਮਹਾਂਪੁਰਸ਼ ਨਜ਼ਰ ਨਹੀਂ ਸੀ ਆਉਂਦਾ ਜਿਹੜਾ ਇਹ ਹਿੰਦੂ ਧਰਮ ਦੀ ਡੁੱਬਦੀ ਬੇੜੀ ਬੰਨੇ ਲਾ ਦੇਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨਿਤਰੇ ਹਨ। ਕਰਹੁ ਸੋ ਭਲੀ ਤਰਕ ਕੋ ਕਿਮ ਕਰ, ਇਹ ਸੱਚੇ ਪਾਤਸ਼ਾਹ ਮਹਾਰਾਜ ਜੋ ਆਪ ਕਰਦੇ ਹੋ ਸੋ ਭਲੀ ਹੈ। ਆਪ ਜੀ ਦੇ ਕੀਤੇ ਤੇ ਕਿਸੇ ਤਰ੍ਹਾਂ ਦਾ ਕੋਈ ਤਰਕ ਨਹੀਂ ਕਰ ਸਕਦਾ, ਕੋਈ ਸ਼ੰਕਾ ਨਹੀਂ ਕਰ ਸਕਦਾ। ਹਮ ਕੋ ਦਰਸ਼ਨ ਪਿਆਸ ਉਦਾਰ, ਤੇ ਮਹਾਰਾਜ ਸਾਨੂੰ ਤਾਂ ਆਪ ਦੇ ਦਰਸ਼ਨਾਂ ਦਾ ਪਿਆਰ ਸੀ ਵੀ ਤੁਹਾਡੇ ਸਰੂਪ ਦੇ ਦਰਸ਼ਨ ਕਰਦੇ ਰਹੀਏ, ਹੋਰ ਤਾਂ ਸਾਨੂੰ ਕੋਈ ਵਾਸ਼ਨਾ ਨਹੀਂ ਹੈ। ਇੱਕ ਸਮਲੋਕ ਪਰਲੋਕ ਆਨੰਦ ਹੋ, ਮਹਾਰਾਜ ਆਪਣੇ ਸੇਵਕਾਂ ਨੂੰ ਲੋਕ ਪਰਲੋਕ ਦੇ ਆਨੰਦ ਸੁਖ ਦੇਣ ਵਾਲੇ ਹੋ। ਇੱਕ ਸਮ ਇੱਕ ਰਸ ਆਪਣੇ ਸਿੱਖਾਂ ਨੂੰ ਆਨੰਦ ਵਿੱਚ ਰੱਖਣ ਵਾਲੇ ਹੋ। ਪਿਤ ਪਾਲੋ ਸਭ ਕੇ ਦਾਤਾਰ, ਸਭ ਦੀ ਪਾਲਣਾ ਕਰਨ ਵਾਲੇ ਹੋ, ਸਿੱਖਾਂ ਦੀ ਦਾਤੇ ਹੋ ਮਹਾਰਾਜ ਤੁਸੀਂ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਾਤ ਨਾਨਕੀ ਰੁਦ ਤੋਂ ਬਿਰਲਾਪਤ, ਮਾਤਾ ਨਾਨਕੀ ਜੀ ਰੋਂਦੀ ਹੈ, ਬਿਰਲਾਪ ਕਰਦੀ ਹੈ। ਜਥਾ ਸਸੁਰ ਮੇਰੇ ਗਤ ਕੀਨ, ਮਾਤਾ ਨਾਨਕੀ ਕਹਿੰਦੀ ਜਿਵੇਂ ਮੇਰੇ ਸਹੁਰੇ ਨਾਲ ਹੋਇਆ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਜੋ ਸਾਕਾ ਵਰਤਾਇਆ ਸੀ ਪੰਜਵੇਂ ਜਾਮੇ ਵਿੱਚ, ਅਜਮਤ ਨਹੀਂ ਜਨਾਮਨ ਕੀਨਸ, ਪਰ ਉਹਨਾਂ ਨੇ ਆਪਣੀ ਕਰਾਮਾਤ ਨਹੀਂ ਸੀ ਦਿਖਾਈ। ਸਿੱਖਾਂ ਨੇ ਆਖਿਆ ਸੀ
ਕਿ ਮਹਾਰਾਜ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦੇ ਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਖਿਆ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿਵੇਂ ਉਹਨਾਂ ਨੇ ਭਾਣਾ ਮੰਨਿਆ ਸੀ, ਕਸ਼ਟ ਸਹਾਰੇ ਤਨ ਪਰ ਪੀਨ, ਬੜੇ ਸਖਤ ਤੋਂ ਸਖਤ ਕਸ਼ਟ ਆਪਣੇ ਸਰੀਰ ਤੇ ਸਹਾਰ ਲਏ ਸਨ। ਦੇ ਖੱਤਰੀ ਸਿਰ ਦੋਸ ਕਨੇਰਾ, ਤੇ ਦੁਸ਼ਟ ਪਾਪੀ ਚੰਦੂ ਦੇ ਸਿਰ ਆਪਣੇ ਸਰੀਰ ਦਾ ਠੀਕਰਾ ਭੰਨ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਉਸ ਦੁਸ਼ਟ ਚੰਦੂ ਨੂੰ, ਪਾਪੀ ਨੂੰ ਦੋਸ਼ੀ ਬਣਾ ਦਿੱਤਾ। ਰਾਵੀ ਤਟ ਸ਼ਰੀਰ ਤਜ ਦੀਨ, ਤੇ ਰਾਵੀ ਦੇ ਕੰਢੇ ਤੇ ਲਾਹੌਰ ਸ਼ਹੀਦੀ ਪਾ ਕੇ ਡੇਰਾ ਸਾਹਿਬ ਵਾਲੀ ਥਾਂ ਤੇ ਤਥਾ ਪੁੱਤਰ ਕੋ ਧੀਰਜ ਹੀਰਾ, ਅੱਜ ਪੁੱਤਰ ਵੀ ਉਦਾਂ ਹੀ ਧੀਰਜ ਦੇ ਨਾਲ ਬੈਠਾ ਹੈ ਦਿੱਲੀ ਦੇ ਵਿੱਚ। ਪੰਜਵੇਂ ਪਾਤਸ਼ਾਹ ਲਾਹੌਰ 'ਚ ਸ਼ਹੀਦ ਹੋਏ ਸੀ ਤੇ ਅੱਜ ਉਹਨਾਂ ਦਾ ਪੋਤਰਾ ਦਿੱਲੀ ਦੇ ਵਿੱਚ ਸ਼ਹੀਦੀ ਪਾਉਣ ਲਈ ਬੈਠਾ ਹੈ। ਸਕਲ ਕਲਾ ਸਮਰੱਥ ਪਰਬੀਨ, ਸਰਬ ਕਲਾ ਸਮਰੱਥ ਹੋ ਕੇ, ਸਰਬ ਸ਼ਕਤੀਮਾਨ ਹੋ ਕੇ ਵੀ ਭਾਣਾ ਮੰਨ ਰਹੇ ਹਨ। ਧਰਿਓ ਦੁਪਹਿਰਾ ਦੋਏ ਘੜੀ ਜਬ, ਜਦੋਂ ਸਾਧ ਸੰਗਤ ਜੀ ਦੁਪਹਿਰਾ ਢਲ ਗਿਆ 2 ਘੜੀ, ਹਿਮ ਚਿੰਤਾ ਜੁਤ ਸੋਕ ਬੇਸਾਲ, ਇਹਦਾ ਅਨੰਦਪੁਰ ਸਾਹਿਬ 'ਚ ਬੈਠੇ ਨੇ, ਗੁਰਿਆਈ ਗੱਦੀ ਲੈ ਲਈ ਹੈ, ਝੋਲੀ 'ਚ ਪਾ ਲਈ ਹੈ। ਪਿਤਾ ਸੱਚੇ ਪਾਤਸ਼ਾਹ ਜੀ ਦੀ ਯਾਦ ਸਤਾ ਰਹੀ ਹੈ। ਸਾਰੀਆਂ ਸੰਗਤਾਂ ਬੜੇ ਸ਼ੋਕ ਵਿੱਚ ਹਨ। ਪਹੁੰਚਤ ਹੀ ਗੁਰੂ ਗੋਬਿੰਦ ਸਿੰਘ ਜੀ, ਅਚਾਨਕ ਹੀ ਸਤਿਗੁਰੂ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਰੁਚਿਰ ਪ੍ਰਿਅੰਕ ਤਿਆਗ ਤਤਕਾਲ, ਸੋਹਣੇ ਪਲੰਘ ਤੋਂ ਉੱਠ ਪਏ ਹਨ। ਧਰ ਪਰ ਫਰਸ਼ ਕਰਿਓ ਤਹ ਬੈਠੇ, ਧਰਤੀ ਦੇ ਉੱਤੇ ਇੱਕਦਮ ਫਰਸ਼ ਮੰਜਾ ਛੱਡ ਦਿੱਤਾ ਤੇ ਧਰਤੀ ਤੇ ਆਸਣ ਲਾ ਲਿਆ। ਸੁਨਥਾਨ ਪਿਖੈ ਸਿੱਖ ਜਾਲ, ਸਾਰੇ ਸਿੱਖ ਹੈਰਾਨ ਹੋ ਗਏ ਵੀ ਗੁਰੂ ਸਾਹਿਬ ਇੱਕਦਮ ਮੰਜੇ ਤੋਂ ਥੱਲੇ ਕਿਉਂ ਆ ਗਏ ਨੇ। ਥੱਲੇ ਸਫ ਦੇ ਉੱਤੇ ਆ ਕੇ ਸੰਗਤ ਵਿੱਚ ਬੈਠ ਗਏ ਨੇ, ਕਿਉਂਕਿ ਉਸ ਵੇਲੇ ਸਾਧ ਸੰਗਤ ਜੀ ਦਿੱਲੀ ਦੇ ਵਿੱਚ ਭਾਣਾ ਵਰਤ ਚੁੱਕਾ ਸੀ। ਇੱਧਰ ਗੁਰਿਆਈ ਗੱਦੀ ਪਹੁੰਚ ਗਈ ਸੀ ਤੇ ਗੁਰੂ ਸਾਹਿਬ ਪਲੰਘੇ ਤੇ ਬੈਠੇ ਸਨ। ਪਰ ਜਦੋਂ ਦਿੱਲੀ ਵਿੱਚ ਸੀਸ ਉਤਰਿਆ, ਪਲੰਘੇ ਤੋਂ ਉਤਰ ਕੇ ਥੱਲੇ ਬੈਠ ਗਏ ਹਨ। ਜਨਨੀ ਨਿਕਟ ਗਈ ਸੁਧ ਜਬ ਹੂੰ, ਜਦੋਂ ਮਾਤਾ ਕੋਲ ਖਬਰ ਪਹੁੰਚੀ ਵੀ ਗੁਰੂ ਸਾਹਿਬ ਮੰਜੇ ਤੋਂ ਥੱਲੇ ਬੈਠ ਗਏ ਹਨ, ਸਾਸ ਲੁਖਾ ਦੁਖ ਲਹਿਉ ਕਰਾਲ, ਤਾਂ ਉਸ ਵੇਲੇ ਮਾਤਾ ਗੁਜਰੀ ਤੇ ਮਾਤਾ ਨਾਨਕੀ ਦੋਵੇਂ ਸੱਸਾਂ ਨੂੰਹਾਂ ਬਹੁਤ ਜ਼ਿਆਦਾ ਦੁਖੀ ਹੋਈਆਂ। ਜਾਨੀ ਗਤ ਜਗ ਗੁਰੂ ਬੈਕੁੰਠ ਹੈ, ਇਹ ਜਾਣ ਗਏ ਵੀ ਜੇ 10ਵੇਂ ਪਾਤਸ਼ਾਹ ਥੱਲੇ ਬੈਠ ਗਏ ਨੇ ਤੇ ਇਹਦਾ ਮਤਲਬ ਜਗਤ ਗੁਰੂ ਤੇਗ ਬਹਾਦਰ ਸਾਹਿਬ ਬੈਕੁੰਠ ਨੂੰ ਪਿਆਨਾ ਕਰ ਗਏ ਨੇ। ਤਨ ਕੋ ਤਿਆਗ ਗਏ ਮਨ ਚੀਨ, ਉਹ ਚੋਲਾ ਛੱਡ ਗਏ ਨੇ, ਤਾਂ ਹੀ 10ਵੇਂ ਪਾਤਸ਼ਾਹ ਨੇ ਪਲੰਘਾ ਛੱਡਿਆ ਹੈ। ਅਬ ਧਰਨੀ ਪਰ ਫਿਰ ਸੁਤ ਹੋਆ, ਜਦੋਂ ਪੁੱਤਰ ਗੱਦੀ ਦਾ ਮਾਲਕ ਧਰਤੀ ਤੇ ਬੈਠ ਗਿਆ ਵੇਖਿਆ, ਮਹਾ ਬਿਖਾਦਰ ਦੇ ਮਹਿਤੀਨ, ਮਾਤਾ ਗੁਜਰੀ ਦੇ ਮਨ ਨੂੰ ਵੱਡਾ ਭਾਰੀ ਦੁੱਖ ਲੱਗਾ। ਦਾਸੀ ਦਾਸ ਦੇਖ ਦੁਖ ਪ੍ਰਾਪਤ, ਕਹਿੰਦੇ ਦਾਸੀਆਂ ਦਾਸ ਸਾਰੇ ਹੀ ਦੁਖੀ ਹੋਏ। ਉੱਚੀ ਰੁਦਤ ਸੋਕ ਮਨ ਲੀਨ, ਉੱਚੀ ਉੱਚੀ ਰੋਂਦੇ ਹਨ, ਸਾਰਿਆਂ ਦੇ ਮਨ ਬੜੇ ਸ਼ੋਕ ਵਿੱਚ ਲੀਨ ਹੋ ਗਏ ਹਨ। ਮਹਾਰਾਜ ਹਮ ਕੌਣ ਸੰਭਾਰੈ, ਏ ਮਹਾਰਾਜ ਸਾਨੂੰ ਕੌਣ ਸਾਂਭੇਗਾ, ਮਹਾਰਾਜ ਸਾਡਾ ਕੌਣ ਰਾਖਾ ਬਣੇਗਾ। ਆਪ ਅਲੰਬ ਦੁਨੀਆ ਦੀਨ, ਆਪ ਦੀਨ ਦੁਨੀਆ ਦੇ ਆਸਰੇ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਿਨਾ ਸਾਡਾ ਗਰੀਬਾਂ ਦਾ ਕੌਣ ਹੈ। ਸੂਖ ਸ਼ਬਦ ਮਹਿਲਨ ਮੈਂ ਹੋਆ, ਗੁਰੂ ਕੇ ਮਹਿਲਾਂ 'ਚ ਸ੍ਰੀ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਸ਼ੋਕ ਦਾ ਸ਼ਬਦ ਗੂੰਜ ਉੱਠਿਆ। ਸੁਣ ਕਰ ਸਤਿਗੁਰੂ ਦਾਸ ਪਠਾਈ, 10ਵੇਂ ਪਾਤਸ਼ਾਹ ਨੇ ਵੇਖਿਆ ਮਾਤਾ ਬੈਰਾਗ ਕਰ ਰਹੀ ਹੈ। ਕਲਗੀਧਰ ਜੀ ਨੇ ਸੇਵਾਦਾਰ ਭੇਜੇ ਹਨ। ਗੁਰਹਿਤ ਸੋਕ ਬਿਲਾਪ ਨ ਕੀਜੈ, 10ਵੇਂ ਪਾਤਸ਼ਾਹ ਕਹਿੰਦੇ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦੇ ਵਾਸਤੇ ਰੋਣਾ ਨਹੀਂ, ਸਿਮਰੋ ਗੁਣ ਪ੍ਰਭ ਕੇ ਸਮੁਦਾਏ, ਉਹਨਾਂ ਦੇ ਗੁਣਾਂ ਨੂੰ ਯਾਦ ਕਰੋ। ਕਬੀਰ ਸੰਤ ਮੂਹੇ ਕਿਆ ਰੋਈਆ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਬਾਪਰੇ ਜੋ ਹਾਟੈ ਹਾਟ ਬਿਕਾਏ। ਮਹਾਰਾਜ ਨੂੰ ਕਿਉਂ ਰੋਈਏ, ਉਹ ਤਾਂ ਸਦਾ ਹੀ ਜਾਗਦੀ ਜੋਤ ਹਨ। ਸਦਾ ਆਨੰਦ ਏਕ ਰਸ ਜਾਨੋ, ਸਦਾ ਆਨੰਦ ਸਰੂਪ ਇੱਕ ਰਸ ਬਿਰਤੀ ਹੈ। ਨਾ ਜੰਮਦੇ ਨੇ ਨਾ ਮਰਦੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਉਹ ਤਾਂ ਸਦਾ ਹੀ ਹਾਜ਼ਰ ਨਾਜ਼ਰ ਹਨ। ਜਨਮ ਮਰਨ ਗੁਰ ਕੇ ਨਹਿ ਕਾਏ, ਗੁਰੂ ਸਾਹਿਬਾਂ ਨੂੰ ਨਾ ਜਨਮ ਹੈ ਨਾ ਮਰਨ ਹੈ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ।
ਮਹਾਰਾਜ ਜਨਮ ਮਰਨ ਤੋਂ ਰਹਿਤ ਹਨ, ਪਰਉਪਕਾਰ ਹੀਤ ਤਨ ਧਾਰਹਿ। ਪਰਉਪਕਾਰ ਵਾਸਤੇ ਚੋਲਾ ਧਾਰਨ ਕਰਦੇ ਨੇ, ਜਾਮਾ ਧਾਰਨ ਕਰਦੇ ਨੇ, ਸੰਸਾਰ ਵਿੱਚ ਆਉਂਦੇ ਨੇ। ਜਿਮ ਨਭ ਮਹਿ ਗਨ ਹੋਏ ਬਿਦਤਾਈ। ਜਿਵੇਂ ਆਕਾਸ਼ ਵਿੱਚ ਬੱਦਲ ਆਉਂਦੇ ਨੇ ਪਰਉਪਕਾਰ ਵਾਸਤੇ, ਮੀਂਹ ਪਾ ਕੇ ਚਲੇ ਜਾਂਦੇ ਨੇ, ਏਦਾਂ ਮਹਾਂਪੁਰਸ਼ ਸੰਸਾਰ ਵਿੱਚ ਆਉਂਦੇ ਨੇ, ਸੰਸਾਰ ਨੂੰ ਪ੍ਰਕਾਸ਼ ਦੇ ਕੇ ਆਪਣਾ ਮਿਹਰਾਂ ਦਾ ਮੀਂਹ ਪਾ ਕੇ ਫਿਰ ਆਪਣੇ ਘਰ ਚਲੇ ਜਾਂਦੇ ਨੇ। ਕਰ ਬਰਖਾ ਸੁਖ ਦੇ ਕਰ ਜਗ ਕੋ। ਜਿਵੇਂ ਮੀਂਹ ਪੈ ਕੇ ਬੱਦਲ ਸੁੱਖ ਦਿੰਦੇ ਨੇ ਸੰਸਾਰ ਨੂੰ, ਪੁਨ ਆਕਾਸ਼ ਮੈਂ ਲੈ ਹੋਏ ਜਾਏ। ਫਿਰ ਉਹ ਬੱਦਲ ਆਕਾਸ਼ ਵਿੱਚ ਹੀ ਲੀਨ ਹੋ ਜਾਂਦੇ ਨੇ। ਤਿਮ ਤਨ ਗੁਰ ਸੁਤੰਤਰ ਹੋਏ ਧਾਰਹਿ। ਏਦਾਂ ਮਹਾਂਪੁਰਸ਼ ਗੁਰੂ ਜਿਹੜੇ ਨੇ ਆਪਣੀ ਮਰਜ਼ੀ ਨਾਲ ਹੀ ਸੁਤੰਤਰ ਹੀ ਧਾਰਨ ਕਰਦੇ ਨੇ ਸਰੀਰ, ਉਦਾਂ ਉਹ ਕਰਮਾਂ ਦੇ ਬੰਧਨ 'ਚ ਨਹੀਂ ਆਉਂਦੇ। ਸੇਵਕ ਕੀ ਬਣਹਿ ਸਹਾਈ। ਆਪਣੇ ਸਿੱਖ ਸੇਵਕਾਂ ਦੇ ਸਹਾਈ ਬਣਦੇ ਨੇ। ਗਿਆਨ ਭਗਤ ਉਪਦੇਸ਼ਨ ਕਰਕੇ। ਔਰ ਗਿਆਨ ਭਗਤੀ ਦਾ ਉਪਦੇਸ਼ ਕਰਕੇ ਲੋਕਾਂ ਨੂੰ ਸੁਭ ਮਾਰਗ ਮੈਂ ਜਗਤ ਲਗਾਈ। ਸੰਸਾਰ ਨੂੰ ਸ਼ੁਭ ਮਾਰਗ ਵਿੱਚ ਲਾ ਕੇ ਪੁਨ ਸੁਸ਼ਾਂਦ ਪਰਲੋਕ ਸਿਧਾਰੈ। ਫਿਰ ਆਪਣੀ ਮਰਜ਼ੀ ਨਾਲ ਹੀ ਪਰਲੋਕ ਗਮਨ ਕਰਦੇ ਨੇ। ਤਿਨ ਕਾਰਨ ਕਿਮ ਸ਼ੋਕ ਉਪਾਏ। ਉਹਨਾਂ ਦੇ ਵਾਸਤੇ ਸ਼ੋਕ ਕਿਉਂ ਕਰਨਾ, ਭਾਵ ਕਿਉਂ ਰੋਣਾ ਹੈ ਮਾਤਾ ਜੀ। ਨਾਮ ਉਚਾਰਹੁ ਜਨਮ ਸੁਧਾਰਹੁ। ਨਾਮ ਜਪੋ, ਆਪਣਾ ਜਨਮ ਸੁਧਾਰੋ, ਵਾਹਿਗੁਰੂ ਵਾਹਿਗੁਰੂ ਜਪ ਕੇ। ਕਸ਼ਟ ਨਾ ਧਾਰਹੁ ਜਨ ਸਮੁਦਾਇ। ਮਹਾਰਾਜ ਸੰਗਤਾਂ ਨੂੰ ਕਹਿੰਦੇ ਭਾਈ ਦੁਖੀ ਨਾ ਹੋਵੋ, ਕਸ਼ਟ ਨਾ ਕਮਨਾਓ ਮਨ ਵਿੱਚ। ਸੁਨ ਕੇ ਬਾਕ ਹਟੇ ਸਭ ਰੋਦਤ। ਮਹਾਰਾਜ ਸਾਹਿਬ ਦੇ ਬਚਨ ਸੁਣ ਕੇ ਰੋਣ ਤੋਂ ਹਟ ਗਏ ਸਾਰੇ। ਹੋਏ ਤੂੰ ਗੁਰ ਗਿਆਨ ਧਰਾਏ। ਔਰ ਚੁੱਪ ਕਰਕੇ ਗੁਰੂ ਸਾਹਿਬ ਜੀ ਦੇ ਗਿਆਨ ਨੂੰ ਮਨ 'ਚ ਵਸਾ ਕੇ ਬਾਣੀ ਪੜਨ ਲੱਗੇ, ਨਾਮ ਜਪਣ ਲੱਗੇ। ਜੁਗ ਅਸਵਾਰ ਪਠਾਵਨ ਕੀਨੇ। ਫਿਰ ਮਹਾਰਾਜ ਨੇ 2 ਘੋੜਸਵਾਰ ਭੇਜੇ ਆਵਹਿ ਸਿੱਖ ਮਿਲੋ ਅਗਵਾਈ। ਕਿ ਦਿੱਲੀ ਤੋਂ ਸਿੱਖ ਆ ਰਿਹਾ, ਉਹਦੇ ਜਾ ਕੇ ਰਸਤੇ 'ਚ ਮਿਲੋ ਉਸ ਨੂੰ। ਯਾਹੂ ਪਲਾਵਤ ਪੁਨ ਹਟ ਆਵੋ। ਔਰ ਦੇਰ ਨਹੀਂ ਲਾਣੀ, ਘੋੜਿਆਂ ਤੇ ਜਾ ਕੇ ਛੇਤੀ ਆਉਣਾ ਹੈ ਵਾਪਸ। ਦੀਜੈ ਸੁਧ ਤਿਸਤੇ ਸੁਨ ਪਾਈ। ਦਿੱਲੀ ਤੋਂ ਸਿੱਖ ਕੀ ਖਬਰ ਲਿਆ ਰਿਹਾ, ਉਹ ਸਾਨੂੰ ਆ ਕੇ ਦੱਸਣੀ ਹੈ ਛੇਤੀ ਨਾਲ। ਦਈ ਨਿਹਾਰੀ ਹੈਨ ਅਰੂੜੇ। ਘੋੜਿਆਂ ਨੂੰ ਨਿਹਾਰੀ ਦੇ ਕੇ ਘੋੜਿਆਂ ਤੇ ਕਾਠੀਆਂ ਪਾਈਆਂ, 2 ਸਵਾਰ ਦਿੱਲੀ ਨੂੰ ਚੱਲ ਪਏ। ਦਿੱਲੀਪੁਰ ਕੇ ਮਾਰਗ ਚਾਲ। ਔਰ ਦਿੱਲੀ ਦੇ ਰਾਹ ਪੈ ਗਏ ਹਨ। ਇਸ ਬਾਸਰ ਗਮਨੇ ਇੱਕ ਸਮਹੀ। ਦਿਨ ਰਾਤ ਤੁਰੇ ਗਏ, ਰਸਤੇ 'ਚ ਰੁਕੇ ਨਹੀਂ, ਫਟਾਫਟ ਪੈਂਡਾ ਮੁਕਾਈ ਜਾਂਦੇ ਹਨ। ਦੇਖਤ ਨਰ ਹਿਤ ਸਿੱਖ ਸਮਾਲ। ਕਹਿੰਦੇ ਗੁਰੂ ਕੇ ਸਿੱਖ ਦੀ ਪਛਾਣ ਕਰਦੇ ਵੀ ਜਿਹੜਾ ਰਸਤੇ 'ਚ ਆਉਂਦਾ ਕਿਤੇ ਸਾਡੇ ਕੋਲੋਂ ਦੀ ਲੰਘ ਨਾ ਜਾਵੇ, ਹਰ ਬੰਦੇ ਤੇ ਨਿਗਾਹ ਰੱਖਦੇ ਹਨ। ਕੀਤਕ ਮਜਲ ਗਏ ਅਵਲੋਕਿਓ। ਜਦੋਂ ਕੁਝ ਮੰਜ਼ਿਲ ਗਏ ਨੇ ਤੇ ਵੇਖਿਆ ਗੁਰ ਸਿਰ ਬਸਤਰ ਲਪੇਟੇ ਜਾਲ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਬਸਤਰ 'ਚ ਲਪੇਟ ਕੇ ਟੋਕਰੇ 'ਚ ਪਾ ਕੇ ਉੱਤੇ ਨਿੰਮ ਦੇ ਪੱਤੇ ਪਾ ਕੇ ਭਾਈ ਜੈਤਾ ਜੀ ਲਈ ਆਉਂਦਾ ਮਿਲਿਆ ਹੈ। ਆਪਣੇ ਸੀਸ ਉਠਾਵਨ ਕੀਨਸ। ਉਹ ਗੁਰੂ ਸਾਹਿਬ ਦਾ ਸੀਸ ਆਪਣੇ ਸੀਸ ਤੇ ਰੱਖਿਆ ਹੋਇਆ ਹੈ। ਕਿਤ ਉਤਪਿਖਤ ਸਤਰਾਸ ਵਿਸਾਲ। ਇੱਧਰ ਉੱਧਰ ਦੇਖਦਾ ਵੀ ਕਿਤੇ ਤੁਰਕਾਂ ਦੀ ਨਿਗਾਹ ਨਾ ਪੈ ਜਾਵੇ, ਬੜਾ ਚੁਕੰਨਾ ਹੋ ਕੇ ਲਿਆ ਰਿਹਾ ਹੈ ਭਾਈ ਜੈਤਾ ਗੁਰੂ ਸਾਹਿਬ ਦੇ ਸੀਸ ਨੂੰ। ਕਰ ਚਿਨਾਰ ਮਿਲੇ ਕਰ ਬੰਧਨ। ਕਹਿੰਦੇ ਪਛਾਣ ਲਿਆ ਵੀ ਇਹ ਤਾਂ ਗੁਰੂ ਦਾ ਸਿੱਖ ਉਹੀ ਹੈ ਜਿਹੜਾ ਮਹਾਰਾਜ ਨੇ ਭੇਜਿਆ ਸੀ, ਮਿਲੇ ਹਨ ਤੇ ਨਮਸਕਾਰ ਕੀਤੀ ਹੈ। ਬਹੁਤ ਸਤਿਗੁਰ ਕੀ ਜਥਾ ਬਿਰਤਾਂਤ। ਦੱਸੋ ਭਾਈ ਜੈਤਾ ਜੀ ਗੁਰੂ ਸਾਹਿਬ ਦੀ ਕੀ ਖਬਰ ਹੈ। ਸੁਨ ਤਿਨ ਭਨੀ ਮੋਹਿ ਢਿਗ ਗੁਰ ਸਿਰ। ਤਾਂ ਉਹ ਅੱਗੋਂ ਭਾਈ ਜੈਤਾ ਕਹਿਣ ਲੱਗਾ ਮੇਰੇ ਕੋਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਹੈ। ਚਾਹੂੰ ਆਨੰਦਪੁਰ ਲੈ ਕਰ ਜਾਤ। ਮੈਂ ਆਨੰਦਪੁਰ ਸਾਹਿਬ ਪਹੁੰਚਾਉਣਾ ਚਾਹੁੰਦਾ ਛੇਤੀ ਤੋਂ ਛੇਤੀ। ਤੁਮ ਕਿਤ ਜਾਹੂ ਹਟੋ ਅਬ ਪਾਛੀ। ਤੁਸੀਂ ਦਿੱਲੀ ਕਿੱਥੇ ਚੱਲੇ ਹੋ, ਚਲੋ ਵਾਪਸ, ਹੁਣ ਜੋ ਹੋਣਾ ਸੀ ਹੋ ਗਿਆ ਹੈ। ਹੁਣ ਗੁਰੂ ਸਾਹਿਬ ਦਾ ਉੱਥੇ ਸਾਨੂੰ ਦਰਸ਼ਨ ਨਹੀਂ ਹੋਵੇਗਾ। ਬੀਤੀ ਤਿਮ ਚਾਹੇ ਗੁਰ ਜਿਸ ਭਾਂਤ। ਜਿਵੇਂ ਗੁਰੂ ਸਾਹਿਬ ਚਾਹੁੰਦੇ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ, ਉਵੇਂ ਹੀ ਹੋਇਆ। ਉਹਨਾਂ ਦੀ ਮਰਜ਼ੀ ਅਨੁਸਾਰ ਹੀ ਸਭ ਕੁਝ ਹੋਇਆ ਹੈ। ਉਹਨਾਂ ਨੇ ਆਪਣੀ ਲੀਲਾ ਆਪ ਹੀ ਰਚਾਈ ਹੈ। ਗਮਨੋ ਤੂਰਨ ਦੇਹੋ ਸਦਨ ਸੁਧ। ਤੁਸੀਂ ਵਾਪਸ ਜਾਓ ਤੇ ਗੁਰੂ 10ਵੇਂ ਪਾਤਸ਼ਾਹ ਨੂੰ ਖਬਰ ਦਿਓ। ਉਨ ਮੈਂ ਭਨੋ ਆਏ ਸਭ ਬਾਤ। ਮੈਂ ਵੀ ਆਇਆ ਤੇ ਤੁਸੀਂ ਮਹਾਰਾਜ ਨੂੰ ਦੱਸੋ, ਫਿਰ ਦੱਸਾਂਗੇ ਸਾਰੀ ਸਾਖੀ ਜੋ ਦਿੱਲੀ 'ਚ ਵਾਪਰੀ ਹੈ। ਕੀਰਤਪੁਰ ਮੈਂ ਠਹਿਰਨ ਕਰਹੁ। ਮੈਂ ਕੀਰਤਪੁਰ ਰੁਕਾਂਗਾ, ਉੱਥੇ ਗੁਰੂ ਸਾਹਿਬ ਆ ਜਾਣ ਸੀਸ ਲੈਣ ਵਾਸਤੇ। ਬ੍ਰਿੰਦ ਦੇਹੋਰੇ ਗੁਰ ਸੋਢੀਨ। ਕਿਉਂਕਿ ਸੋਢੀ ਗੁਰੂਆਂ ਦੇ ਉੱਥੇ ਦਿਉਰੇ ਹਨ, ਗੁਰੂ
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉੱਥੇ ਸੰਸਕਾਰ ਹੋਇਆ ਪਤਾਲਪੁਰੀ। ਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਦਾ ਉੱਥੇ ਸੰਸਕਾਰ ਹੋਇਆ। ਬਾਬਾ ਸੂਰਜਮਲ ਜੀ ਇਹਨਾਂ ਦੇ ਵੱਡੇ ਭਰਾ ਸਨ। ਹੋਰ ਜਿਹੜੇ ਸਾਰਿਆਂ ਦੇ ਉੱਥੇ ਅੰਗੀਠੇ ਹਨ। ਇਸ ਕਰਕੇ ਤੁਸੀਂ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਪੁੱਛ ਲਓ ਵੀ ਸੰਸਕਾਰ ਕੀਰਤਪੁਰ ਕਰਨਾ ਜਾਂ ਆਨੰਦਪੁਰ ਕਰਨਾ। ਮੈਂ ਕੀਰਤਪੁਰ ਆ ਕੇ ਰੁਕਾਂਗਾ, ਅੱਗੇ ਜਿਵੇਂ ਗੁਰੂ ਸਾਹਿਬ ਦੀ ਮਰਜ਼ੀ ਹੋਵੇਗੀ ਉਦਾਂ ਹੀ ਕਰਾਂਗੇ। ਅੱਗੇ ਗੁਰ ਇੱਛਾ ਜਿਮ ਹੋਵੇ, ਅੱਗੇ ਜਿਵੇਂ ਗੁਰੂ ਸਾਹਿਬ ਦੀ ਇੱਛਾ ਹੋਵੇਗੀ ਸੰਸਕਾਰ ਕਰਨ ਬਾਰੇ ਉਹ ਦੱਸ ਦੇਣਗੇ। ਮੈਂ ਕੀਰਤਪੁਰ ਤੱਕ ਆ ਕੇ ਰੁਕ ਜਾਵਾਂਗਾ। ਸਿਮ ਵਰਤ ਹੈ ਆਛੀ ਮਨ ਚੀਨ, ਉਸੇ ਤਰ੍ਹਾਂ ਵਰਤ ਲਾਂਗੇ ਜਿਵੇਂ ਮਹਾਰਾਜ ਚਾਹਣਗੇ ਦਸਵੇਂ ਪਾਤਸ਼ਾਹ ਜੀ ਜਾਂ ਮਾਤਾ ਨਾਨਕੀ ਜੀ ਕਹਿਣਗੇ। ਸੁਨ ਦੋਨੋਂ ਬਿਰਤਾਂਤ ਹਟੇ ਤਬ, ਇਹ ਗੱਲ ਸੁਣ ਕੇ ਉਹ ਘੋੜਸਵਾਰ ਤਾਂ ਪਿਛਾਂ ਹਟ ਗਏ, ਆਨੰਦਪੁਰ ਨੂੰ ਮੁੜ ਗਏ। ਗਮਨੇ ਆਨੰਦਪੁਰ ਮਗਲੀਨ, ਸ੍ਰੀ ਅਨੰਦਪੁਰ ਸਾਹਿਬ ਦੇ ਰਾਹ ਪੈ ਗਏ ਵਾਪਸ। ਸਿਕਰ ਕਰਤ ਸਭ ਪੰਥ ਉਲੰਘੇ, ਬੜੀ ਛੇਤੀ ਨਾਲ ਸਾਰਾ ਪਿੰਡ ਲੰਘ ਕੇ ਅਨੰਦਪੁਰ ਸਾਹਿਬ ਪਹੁੰਚ ਗਏ। ਬਰੇ ਸਦਨ ਹੈ ਬੰਧਨ ਕੀਨ, ਔਰ ਘਰ ਵੜ ਕੇ ਘੋੜੇ ਬੰਨੇ ਹਨ ਸਿੱਖਾਂ ਨੇ। ਗੁਰ ਤਿਗ ਪਹੁੰਚ ਬੰਧਨ ਠਾਨੀ, ਗੁਰੂ ਸਾਹਿਬ ਕੋਲ ਆ ਕੇ ਮੱਥਾ ਟੇਕਿਆ ਬਰਨਿਓ ਦਿੱਲੀ ਕੀਰ ਬਿਰਤੰਤ, ਔਰ ਦਿੱਲੀ ਦਾ ਸਾਰਾ ਬਿਰਤਾਂਤ ਦੱਸਿਆ। ਸੁਨ ਕਰ ਸ਼ੋਕ ਮਾਨ ਸਭ ਹੋਇ ਕਰ, ਜਦੋਂ ਇਹ ਗੱਲ ਸੁਣੀ ਵੀ ਮਹਾਰਾਜ ਦਾ ਸੀਸ ਆ ਰਿਹਾ ਹੈ ਭਾਈ ਜੈਤਾ ਲੈ ਕੇ, ਤਾਂ ਉਸ ਵੇਲੇ ਸਾਰਿਆਂ ਦੇ ਮਨ ਤੇ ਸ਼ੋਕ ਛਾ ਗਿਆ। ਨੀਰ ਬਿਲੋਚਨ ਤੇ ਨਿਚਰੁੰਤ, ਸਾਰਿਆਂ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ। ਸ੍ਰੀ ਗੋਬਿੰਦ ਸਿੰਘ ਵਰਜੇ ਸਗਰੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਿਆਂ ਨੂੰ ਰੋਣ ਤੋਂ ਰੋਕਿਆ ਬ੍ਰਿੰਦ ਮਸੰਦਨ ਸੰਗ ਭਨੰਤ, ਤੇ ਮਸੰਦਾਂ ਨੂੰ ਆਖਿਆ ਤਿਆਰੀ ਕਰੋ ਦਰਬਗਨ ਖਰਚੋ, ਬਈ ਭਾਈ ਤਿਆਰੀ ਕਰੋ ਮਾਇਆ ਖਰਚ ਕੇ। ਬਨਹਿ ਹੈ ਵਿਮਾਨ ਅਧਿਕ ਦੁਤਵੰਤ, ਮਹਾਰਾਜ ਦਾ ਸੋਹਣਾ ਵਿਮਾਨ ਤਿਆਰ ਕਰੋ ਜਿਹਦੇ 'ਚ ਮਹਾਰਾਜ ਦਾ ਸੀਸ ਲੈ ਕੇ ਆਉਣਾ ਹੈ। ਕੰਚਨ ਪੁਸ਼ਪ ਆਦ ਸਭ ਕਰੀ ਹੋ, ਸੋਨੇ ਦੇ ਫੁੱਲ ਬਣਾ ਲਓ ਜਿਹੜੇ ਉੱਪਰੋਂ ਦੀ ਸੁੱਟੇ ਜਾਂਦੇ ਹਨ। ਚੰਦਨ ਚਾਰ ਲਿਆਏ ਤਤਕਾਲ, ਔਰ ਚੰਦਨ ਸੋਹਣਾ ਲਿਆ ਕੇ ਸੰਸਕਾਰ ਵਾਸਤੇ ਰੱਖੋ। ਉਡਨ ਕੀ ਮਾਲਾ ਗਨ ਸਿਰਜ ਹੋ, ਔਰ ਬਹੁਤ ਫੁੱਲਾਂ ਦੀ ਮਾਲਾ ਬਣਾਓ। ਪਸਮੰਬਰ ਲਿਹੁ ਮੂਲ ਵਿਸਾਲ, ਇਹ ਪਸ਼ਮੀਨੇ ਦੇ ਕੱਪੜੇ ਮਹਿੰਗੇ ਕੱਪੜੇ ਬਸਤਰ ਦੁਸ਼ਾਲੇ ਲਿਆਓ। ਅਨਕ ਸੁਗੰਧਨ ਕਰੋ ਸਕੀਲਨ, ਬਹੁਤ ਸੁਗੰਧੀ ਵਾਲੇ ਪਦਾਰਥ ਇਕੱਠੇ ਕਰੋ। ਜਾਵ ਤਿਤ ਕ੍ਰਿਤ ਸੰਚੀ ਹੈ ਜਾਲ, ਜੌਂ ਤੇਲ ਘਿਓ ਇਕੱਠਾ ਕਰ ਲਓ। ਸੁਨ ਕਰ ਹੁਕਮ ਪਠਾਏ ਨਰਗਨ, ਮਹਾਰਾਜ ਦਾ ਹੁਕਮ ਪਾ ਕੇ ਮਸੰਦਾਂ ਨੇ ਬੰਦੇ ਭੇਜ ਦਿੱਤੇ। ਬੜੇ ਨਗਰ ਤੇ ਆਨੋ ਭਾਲ, ਨੇੜੇ ਤੇੜੇ ਜਿਹੜੇ ਵੱਡੇ ਨਗਰ ਸਨ ਰੋਪੜ ਵਗੈਰਾ ਉੱਥੋਂ ਸਮਾਨ ਮੰਗਾ ਲਿਆ। ਦੋਹਰਾ ਇਮ ਤਿਆਰੀ ਸਤਿਗੁਰ ਕਰੀ, ਸਰਬ ਭਾਂਤ ਕੀ ਜੋਈ।